ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਦੰ। ਅਸਲ ਦੇ ਵਿੱਚ ਦੋ ਤਰੀਕਿਆਂ ਦੇ ਧਾਰਮਿਕ ਲੋਕ ਨੇ, ਦੋ ਤਰੀਕਿਆਂ ਦੇ ਪੜ੍ਹਨ ਵਾਲੇ ਲੋਕ ਨੇ। ਚਾਹੇ ਉਹ ਧਰਮ ਦੀ ਜ਼ਿੰਦਗੀ ਜੀ ਰਹੇ ਹੋਣ ਤੇ ਚਾਹੇ ਉਹ ਧਰਮ ਦੀ ਜ਼ਿੰਦਗੀ ਨਾ ਜੀ ਰਹੇ ਹੋਣ। ਇੱਕ ਜਣਾ ਪੜ੍ਹਦਾ ਹੈ ਵੀ ਇਸ ਪੜ੍ਹਾਈ ਦਾ ਮੇਰੀ ਜ਼ਿੰਦਗੀ ਨੂੰ ਕੀ ਫਾਇਦਾ ਹੋ ਰਿਹਾ ਹੈ, ਮੈਨੂੰ ਕੀ ਫਾਇਦਾ ਹੋ ਰਿਹਾ ਹੈ। ਇੱਕ ਜਣਾ ਇਸ ਕਰਕੇ ਪੜ੍ਹਦਾ ਹੈ ਵੀ ਮੈਨੂੰ ਹੁਣ ਪੜ੍ਹਨਾ ਆ ਗਿਆ ਹੈ ਤੇ ਮੈਂ ਦੂਸਰਿਆਂ ਦੇ ਨਾਲ ਬਹਿਸਣਾ ਕਿਵੇਂ ਹੈ ਇਸ ਪੜ੍ਹਾਈ ਨੂੰ ਕਰ ਕਰਕੇ। ਆਪਣੇ ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਮਨਵਾਉਣਾ ਕਿਵੇਂ, ਇਹ ਇਸ ਕਰਕੇ ਵੀ ਪੜ੍ਹਾਈ ਕੀਤੀ ਜਾਂਦੀ ਹੈ। ਔਰ ਬਹੁਤਾ ਜਿਹੜਾ ਅੱਜ ਦੀ ਪੜ੍ਹਾਈ ਦਾ ਸਾਡਾ ਜ਼ੋਰ ਹੈ ਉਹ ਇਸ ਗੱਲ ਦਾ ਨਹੀਂ ਹੈ ਵੀ ਅਸੀਂ ਸੋਚ ਸਕੀਏ ਵੀ ਕਰਦੇ ਕੀ ਪਏ ਹਾਂ। ਸਾਡੀ ਪੜ੍ਹਾਈ ਸਾਡਾ ਜ਼ੋਰ ਹੀ ਇਸ ਪਾਸੇ ਵੱਲ ਲਵਾ ਰਹੀ ਹੈ ਵੀ ਭਾਈ ਜਦੋਂ ਕਿਸੇ ਦੇ ਨਾਲ ਬਹਿਸਣਾ ਹੈ ਤੇ ਫਿਰ ਅਸੀਂ ਜਿੱਤਣਾ ਕਿਵੇਂ। ਜਦੋਂ ਅਸੀਂ ਕਿਸੇ ਦੇ ਉੱਤੇ ਆਪਣਾ ਪ੍ਰਭਾਵ ਪਾਉਣਾ ਹੈ, ਸਾਡੀ ਪੜ੍ਹਾਈ ਉਹਦੇ ਲਈ ਸਾਡਾ ਕਿਵੇਂ ਦਾ ਕੰਮ ਕਰਦੀ ਪਈ ਹੈ। ਇਸ ਕਰਕੇ ਭਾਵੇਂ ਕਿ ਇਸ ਸ਼ਲੋਕ ਦੇ ਅੰਦਰ ਸਤਿਗੁਰੂ ਨੇ ਧਾਰਮਿਕ ਲੋਕਾਂ ਦੀ ਗੱਲ ਕੀਤੀ ਹੈ, ਅਸਲ ਦੇ ਵਿੱਚ ਜਿੱਥੇ ਵੀ ਤੁਹਾਨੂੰ ਇਦਾਂ ਦਾ ਕੰਪੈਰੀਜ਼ਨ ਕਰਨ ਵਾਲੇ ਮਿਲ ਗਏ ਵੀ ਜਿੱਥੇ ਦੋ ਸ਼ਕਤੀਆਂ ਨੇ, ਦੋ ਧਿਰਾਂ ਨੇ, ਉੱਥੇ ਜੇ ਇੱਕ ਜਾਣਾ ਸਿਰਫ ਦੂਸਰੇ ਦੇ ਉੱਤੇ ਫਜ਼ੂਲ ਦੀ ਐਵੇਂ ਕਹਿ ਲਈਏ ਕਿ ਚਿੱਕੜ ਸੁੱਟਦਾ ਪਿਆ ਹੈ ਤਾਂ ਜਿੱਡੀ ਮਰਜ਼ੀ ਉੱਚੀ ਬੋਲ ਬੋਲ ਕੇ ਸੁੱਟਦਾ ਪਿਆ ਹੈ, ਉਹਦਾ ਕੋਈ ਫਾਇਦਾ ਨਹੀਂ ਹੋ ਰਿਹਾ ਸਾਨੂੰ। ਪਰ ਸਾਡੀ ਇੱਕ ਇੱਦਾਂ ਕਹਿ ਲਈਏ ਵੀ ਆਦਤ ਹੁੰਦੀ ਹੈ, ਸਾਨੂੰ ਇੰਝ ਲੱਗਣ ਲੱਗ ਪੈਂਦਾ ਹੈ ਵੀ ਹਾਂ ਬਹਿਸ ਸੁਣਨ ਦਾ ਮਜ਼ਾ ਬਹੁਤ ਆਉਂਦਾ ਹੈ ਲੋਕਾਂ ਨੂੰ, ਕਿਉਂਕਿ ਲੋਕੀ ਇੱਕ ਚੀਜ਼ ਵੇਖਣਾ ਚਾਹੁੰਦੇ ਨੇ ਕਿ ਕਿਹੜਾ ਕਿੱਦਾਂ ਜਿੱਤਦਾ ਹੈ ਤੇ ਕਿੱਦਾਂ ਉਹ ਮੈਂ ਵੇਖਾਂ ਵੀ ਇਹ ਜਣੇ ਜਿਹੜੇ ਬਹਿਸ ਦੇ ਪਏ ਸੀ ਇਸ ਬਹਿਸ ਦਾ ਰਿਜ਼ਲਟ ਕੀ ਨਿਕਲਿਆ। ਰਿਜ਼ਲਟ ਭਾਵੇਂ ਕੁਝ ਵੀ ਨਾ ਨਿਕਲੇ, ਲੋਕਾਂ ਨੂੰ ਬਹਿਸ ਵੇਖਣ ਦਾ ਹੀ ਬਹੁਤ ਮਜ਼ਾ ਆਉਂਦਾ ਹੈ, ਕਿਉਂਕਿ ਸਾਡੀ ਇੱਕ ਆਦਤ ਹੈ। ਔਰ ਅੱਜ ਕੱਲ੍ਹ ਦੇ ਜਿਹੜੇ ਸਾਡੇ ਟੀਵੀ ਚੈਨਲ ਨੇ, ਖਾਸ ਕਰਕੇ ਜਿਹੜੇ ਖਬਰਾਂ ਵਾਲੇ ਚੈਨਲ ਨੇ, ਉਹਨਾਂ ਨੇ ਸਾਡੀ ਇਸ ਰਗ ਨੂੰ ਬੜਾ ਵਧੀਆ ਫੜਿਆ ਹੋਇਆ ਹੈ। ਔਰ ਤੁਸੀਂ ਠੀਕ ਹੈ ਬਹੁਤੇ ਜਾਣੇ ਤੇ ਹੁਣ ਲੋਕ ਧਿਆਨ ਵੀ ਨਹੀਂ ਦਿੰਦੇ ਵੀ ਲੋਕਾਂ ਨੂੰ ਪਤਾ ਲੱਗ ਗਿਆ ਇਹਨਾਂ ਦਾ ਵੀ ਇਹ ਕਰਦੇ ਕੀ ਨੇ। ਅਸਲ ਦੇ ਵਿੱਚ ਮੈਂ ਕਈ ਵਾਰ ਇਸ ਗੱਲ ਨੂੰ ਕਹਿੰਦਾ ਹੁੰਦਾ ਵੀ ਅੱਧਾ ਘੰਟਾ, ਇੱਕ ਘੰਟਾ ਉਹ ਪ੍ਰੋਗਰਾਮ ਦੇ ਉੱਤੇ ਲਾਉਂਦੇ ਨੇ ਔਰ ਪੂਰੀ ਉੱਚੀ ਜ਼ੋਰ ਲਾ ਕੇ, ਪੂਰੀ ਉੱਚੀ ਬੋਲ ਬੋਲ ਕੇ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਨੇ। ਕਿਉਂਕਿ ਜੇ ਕੋਈ ਹੌਲੀ ਬੋਲਦਾ ਤਾਂ ਉਹ ਸ਼ਾਇਦ ਉਹਨਾਂ ਨੂੰ ਇੰਝ ਲੱਗਦਾ ਵੀ ਇਹ ਤੇ ਝੂਠ ਹੀ ਬੋਲਦਾ ਪਿਆ ਹੋਵੇਗਾ ਨਾ, ਸੱਚਾ ਬੰਦਾ ਉਹਨਾਂ ਨੂੰ ਲੱਗਦਾ ਵੀ ਬੜੀ ਉੱਚੀ ਬੋਲਦਾ ਹੈ। ਇਹ ਹੁੰਦਾ ਸਿਰਫ ਆਰਟ ਹੈ, ਇਹਦੇ ਤੋਂ ਵੱਧ ਕੁਝ ਵੀ ਨਹੀਂ, ਕਿਉਂਕਿ ਪੜ੍ਹ ਕੇ ਆਏ ਹੁੰਦੇ ਨੇ ਸਾਰਾ ਕੁਝ। ਉੱਚੀ ਬੋਲਣਾ ਹੈ ਤੇ ਉਸ ਉੱਚੀ ਬੋਲ ਕੇ ਤੇ ਲੋਕਾਂ ਨੂੰ ਆਪਣੀ ਗੱਲ ਮਨਵਾਉਣੀ ਹੈ। ਫਿਰ ਤੁਸੀਂ ਇਹ ਵੀ ਵੇਖਿਆ ਹੋਵੇਗਾ ਵੀ ਜਿਹੜੇ ਨਾਲ ਬੈਠੇ ਹੁੰਦੇ ਨੇ, ਜਿਹਨਾਂ ਨੂੰ ਪੈਨਲਿਸਟ ਕਿਹਾ ਜਾਂਦਾ ਹੈ, ਉਹ ਕੀ ਕਰਦੇ ਨੇ, ਇੱਕ ਦੂਸਰੇ ਦੀ ਕੋਈ ਨਹੀਂ ਸੁਣਦਾ। ਟੀਵੀ ਦੇ ਉੱਤੇ ਜੇ ਤਿੰਨ ਜਾਣੇ ਉਹ ਸਾਹਮਣੇ ਆ ਰਹੇ ਨੇ ਸਕਰੀਨ ਤੇ ਤਿੰਨੇ ਹੀ ਜਾਣੇ ਬੋਲੀ ਜਾਂਦੇ ਨੇ, ਅੱਖਰ ਇੱਕ ਨਹੀਂ ਪਤਾ ਲੱਗਦਾ। ਫਿਰ ਕੀ ਹੋ ਜਾਂਦਾ, ਟਾਈਮ ਹੋ ਜਾਂਦਾ। ਨਾ ਬਹਿਸ ਕਰਨ ਵਾਲੇ ਨੂੰ ਪਤਾ ਲੱਗਦਾ ਵੀ ਸਾਡੇ ਪੱਲੇ ਕੀ ਪਿਆ, ਤਾਂ ਨਾ ਬਹਿਸ ਸੁਣਨ ਵਾਲੇ ਨੂੰ ਪਤਾ ਲੱਗਦਾ ਸਾਡੇ ਪੱਲੇ ਕੀ ਪਿਆ। ਪਰ ਤੁਸੀਂ ਹੈਰਾਨ ਰਹਿ ਜਾਓਗੇ, ਇਹੋ ਜਿਹੀਆਂ ਬਹਿਸਾਂ ਸੁਣਨ ਵਾਲੇ ਲੋਕਾਂ ਦੀਆਂ ਜਦੋਂ ਗਿਣਤੀਆਂ ਵੇਖੋਗੇ ਤੇ ਵੇਖੋ ਇੱਕ ਘੰਟੇ ਦੇ ਇਸ ਪ੍ਰੋਗਰਾਮ ਨੂੰ ਲੋਕ ਕਿੰਨੇ ਧਿਆਨ ਦੇ ਨਾਲ ਉਡੀਕਦੇ ਨੇ। ਅਸੀਂ ਨਹੀਂ ਵੇਖਦੇ ਹੋਵਾਂਗੇ ਪਰ ਲੋਕਾਂ ਦਾ ਹਾਲ ਵੇਖਿਓ ਤੁਸੀਂ, ਕਿਉਂਕਿ ਲੋਕਾਂ ਨੂੰ ਆਦਤ ਹੈ ਬਹਿਸਾਂ ਵੇਖਣ ਦੀ। ਹੁਣ ਇਹ ਜਿਹੜੀ ਪੜ੍ਹਾਈ ਹੋ ਰਹੀ ਹੈ ਜਾਂ ਇਹ ਜਿੰਨੀ ਕੁ ਨੌਲੇਜ ਦਿਮਾਗ ਨੇ ਇਕੱਠੀ ਕੀਤੀ ਹੈ, ਅਸਲ ਦੇ ਵਿੱਚ ਇਸ ਕਰਕੇ ਇਕੱਠੀ ਨਹੀਂ ਕੀਤੀ ਹੈ ਵੀ ਦੂਸਰਾ ਵੀ ਸਹੀ ਹੋ ਸਕਦਾ ਹੈ। ਇਹ ਸਾਰੀ ਇਸ ਪਾਸੇ ਤੋਂ ਇਕੱਠੀ ਕੀਤੀ ਹੋਈ ਹੈ ਕਿ ਮੈਂ ਹੀ ਸਹੀ ਹਾਂ ਤੇ ਦੂਸਰੇ ਨੂੰ ਮੈਂ ਗਲਤ ਕਿਵੇਂ ਸਾਬਿਤ ਕਰਨਾ ਹੈ। ਚਾਹੇ ਉਹ ਮੇਰੇ ਘਰ ਦਾ ਛੋਟਾ ਜਿਹਾ ਮਸਲਾ ਹੋਵੇ, ਚਾਹੇ ਉਹ ਧਰਮ ਦਾ ਕੋਈ ਮਸਲਾ ਹੋਵੇ,
ਤੇ ਚਾਹੇ ਦੁਨੀਆਦਾਰੀ ਦਾ ਕੋਈ ਮਸਲਾ ਹੋਵੇ, ਬਸ ਮੈਂ ਮੰਨਣਾ ਨਹੀਂ ਹੈ, ਮੈਂ ਮਨਾਉਣਾ ਕਿਵੇਂ ਹੈ, ਮੈਂ ਇਸ ਕਰਕੇ ਪੜ੍ਹਾਈ ਦਾ ਆਸਰਾ ਲੈ ਰਿਹਾ ਹਾਂ। ਔਰ ਤੁਸੀਂ, ਮੈਂ ਆਪ ਜੀ ਦੇ ਅੱਗੇ ਇਸ ਗੱਲ ਦੀ ਬੇਨਤੀ ਕਰ ਦੇਵਾਂ, ਰਾਜਨੀਤਿਕ ਲੋਕਾਂ ਦਾ ਤੇ ਹਾਲ ਹੀ ਇਹ ਹੈ ਵੀ ਬਸ ਬੈਸਣਾ ਹੈ, ਕੋਈ ਰਿਜ਼ਲਟ ਨਹੀਂ ਕੱਢਣਾ। ਹਾਲ ਧਾਰਮਿਕ ਲੋਕਾਂ ਦਾ ਵੀ ਇਹੋ ਹੀ ਹੈ ਵੀ ਬਸ ਬੈਸਣਾ ਹੈ, ਰਿਜ਼ਲਟ ਜਿਹੜਾ ਹੈ ਉਹ ਕੋਈ ਨਹੀਂ ਕੱਢਣਾ। ਔਰ ਹਰ ਇੱਕ ਨੂੰ ਆਪਣੀ ਵਿਚਾਰ ਕਹਿਣ ਦਾ ਇੱਕ ਗੱਲ ਤੇ ਹੈ ਵੀ ਹੱਕ ਹੈ, ਪਰ ਇਹਦਾ ਮਤਲਬ ਇਹ ਵੀ ਨਹੀਂ ਹੁੰਦਾ ਵੀ ਹਰ ਥਾਂ ਦੇ ਉੱਤੇ ਬੰਦਾ ਬਖੇੜੇ ਖੜੇ ਕਰੀ ਜਾਵੇ, ਹਰ ਥਾਂ ਦੇ ਉੱਤੇ ਬੰਦਾ ਜਦੋਂ ਵੀ ਬੋਲੇ ਉਦੋਂ ਲੜਾਈ ਕਰਵਾ ਕੇ ਹਟ ਜਾਵੇ। ਸਤਿਗੁਰੂ ਇਸ ਗੱਲ ਨੂੰ ਕਹਿੰਦੇ ਨੇ ਵੀ ਭਾਈ ਇਹ ਜਿਹੜੇ ਲੋਕ ਨੇ, ਇੱਥੇ ਤੇ ਸਪੈਸ਼ਲ ਮਹਾਰਾਜ ਨੇ ਪੰਡਿਤ ਦੀ ਗੱਲ ਕੀਤੀ ਹੈ, ਤੇ ਉਸ ਵੇਲੇ ਕੀ ਹੁੰਦਾ ਸੀ ਵੀ ਪੜ੍ਹੇ ਲਿਖੇ ਬਹੁਤੇ ਪੰਡਿਤ ਹੀ ਹੁੰਦੇ ਸੀ। ਅੱਜ ਕੱਲ੍ਹ ਕਿੰਨੀਆਂ ਧਿਰਾਂ ਪੜ੍ਹ ਗਈਆਂ ਨੇ, ਉਦੋਂ ਪੰਡਿਤ ਜ਼ਿਆਦਾ ਪੜ੍ਹੇ ਹੁੰਦੇ ਸੀ, ਠੀਕ ਹੈ, ਹਕੀਮ ਹੁੰਦੇ ਸੀ, ਦੂਜੇ ਵੀ ਡਿਪਾਰਟਮੈਂਟਸ ਹੁੰਦੇ ਸੀ, ਪਰ ਜ਼ਿਆਦਾ ਪੜ੍ਹੇ ਹੁੰਦੇ ਸੀ ਪੰਡਿਤ। ਹੁਣ ਲੋਕਾਂ ਦਾ ਧਿਆਨ ਹੁੰਦਾ ਸੀ ਵੀ ਇਹ ਬੰਦਾ ਪੜ੍ਹਿਆ ਲਿਖਿਆ ਹੈ, ਇਹ ਗਲਤ ਨਹੀਂ ਹੋ ਸਕਦਾ। ਲੋਕਾਂ ਨੂੰ ਇੰਝ ਲੱਗਦਾ ਸੀ ਵੀ ਇਹ ਬੰਦਾ ਸਾਰਾ ਦਿਨ, ਜੇ ਅੱਜ ਦੇ ਟਾਈਮ ਦੇ ਵਿੱਚ ਵੇਖੀਏ ਵੀ ਇਹ ਬੰਦਾ ਸਾਰਾ ਦਿਨ ਕਿਤਾਬਾਂ ਨਾਲ ਮੱਥਾ ਮਾਰਦਾ ਰਹਿੰਦਾ ਹੈ, ਤੇ ਇਹ ਬੰਦਾ ਜੇ ਬੋਲਦਾ ਪਿਆ ਹੈ ਤੇ ਗਲਤ ਨਹੀਂ ਬੋਲਦਾ ਪਿਆ ਹੋਵੇਗਾ। ਹੁਣ ਤੇ ਇਦਾਂ ਕਹਿ ਲਈਏ ਵੀ 10 ਦੇ ਵਿੱਚੋਂ 8 ਜਾਣੇ ਪੜ੍ਹੇ ਹੋਏ ਨੇ, ਉਦੋਂ 10 ਦੇ ਵਿੱਚੋਂ 2 ਵੀ ਮੁਸ਼ਕਲ ਦੇ ਨਾਲ ਪੜ੍ਹੇ ਹੁੰਦੇ ਸੀ, ਤੇ ਉਹ ਜਿਹੜਾ ਇੱਕ ਅੱਧਾ ਪੜ੍ਹਿਆ ਹੁੰਦਾ ਸੀ ਉਹਨੂੰ ਇੰਝ ਲੱਗਦਾ ਸੀ ਵੀ ਜੋ ਮੈਂ ਬੋਲਾਂਗਾ ਉਹ ਮੇਰਾ ਬੋਲਿਆ ਬਸ ਪੱਥਰ ਤੇ ਲਕੀਰ ਹੋ ਜਾਵੇ। ਤੇ ਪ੍ਰੋਬਲਮ ਫਿਰ ਇਹ ਹੁੰਦੀ ਸੀ, ਕਈਆਂ ਦੀ ਤੇ ਇਹ ਆਦਤ ਇੰਨੀ ਵੱਧ ਜਾਂਦੀ ਹੁੰਦੀ ਸੀ, ਉਹ ਆਪਣੇ ਇਲਾਕੇ ਦੇ ਵਿੱਚ ਕਿਸੇ ਦੂਸਰੇ ਨੂੰ ਬਰਦਾਸ਼ਤ ਨਹੀਂ ਸੀ ਕਰਦੇ ਹੁੰਦੇ। ਉਹਨਾਂ ਨੇ ਬਹਿਸਣ ਚਲੇ ਜਾਣਾ ਵੀ ਜੇ ਤੂੰ ਬਹਿਸ ਦੇ ਵਿੱਚ ਹਾਰ ਗਿਆ ਤੇ ਤੂੰ ਮੇਰੇ ਅਧੀਨ ਹੋਵੇਂਗਾ, ਜੇ ਮੈਂ ਹਾਰ ਗਿਆ ਤੇ ਮੈਂ ਤੇਰੇ ਅਧੀਨ ਹੋ ਜਾਵਾਂਗਾ। ਬਹਿਸ ਕਰਕੇ ਜਿੱਤਣ ਦਾ ਇੱਕ ਆਦਤ ਪੈ ਗਈ ਵੀ ਬਸ ਬਹਿਸਣਾ ਹੈ, ਜਿਹਨੂੰ ਅੱਜ ਦੀ ਬੋਲੀ ਦੇ ਵਿੱਚ ਡਿਬੇਟਸ ਕਿਹਾ ਜਾਂਦਾ ਹੈ। ਮਹਾਰਾਜ ਜੀ ਨੇ ਸਾਨੂੰ ਡਿਬੇਟਸ ਨਹੀਂ ਦਿੱਤੀਆਂ, ਮਹਾਰਾਜ ਜੀ ਨੇ ਸਾਨੂੰ ਵਿਚਾਰ ਦਿੱਤਾ ਹੈ। ਬਹਿਸ ਦੇ ਵਿੱਚ ਤੇ ਵਿਚਾਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਪਰ ਪ੍ਰੋਬਲਮ ਹੈ, ਸਾਨੂੰ ਬਹਿਸਾਂ ਸਿਖਾਈਆਂ ਜਾਂਦੀਆਂ ਨੇ, ਸਾਨੂੰ ਵਿਚਾਰਾਂ ਸਿਖਾਈਆਂ ਹੀ ਨਹੀਂ ਜਾਂਦੀਆਂ। ਇਹ ਲਫ਼ਜ਼ ਬੜਾ ਛੋਟਾ ਜਿਹਾ ਹੈ, ਪਰ ਤੁਸੀਂ ਆਲੇ ਦੁਆਲੇ ਵੇਖ ਲਿਓ ਕਿ ਆਲੇ ਦੁਆਲੇ ਜਿੰਨੀਆਂ ਵੀ ਵਿਚਾਰਾਂ ਹੁੰਦੀਆਂ ਨੇ ਉਹ ਵਿਚਾਰਾਂ ਰਹਿੰਦੀਆਂ ਨੇ ਕਿ ਉਹ ਵਿਚਾਰਾਂ ਬਹਿਸਾਂ ਬਣ ਜਾਂਦੀਆਂ ਨੇ। ਬਸ ਕੰਕਲੂਜ਼ਨ ਕੁਝ ਨਹੀਂ, ਸਿੱਟਾ ਕੋਈ ਨਹੀਂ, ਉੱਚੀ ਬੋਲ ਕੇ ਤੇ ਬਸ ਆਪਣੀ ਗੱਲ ਮਨਵਾਈ ਜਾਂਦੀ ਹੈ, ਅੰਤ ਦੇ ਵਿੱਚ ਕੁਝ ਵੀ ਨਹੀਂ ਮੰਨਿਆ ਜਾਂਦਾ। ਉਹ ਸਾਰਾ ਕੁਝ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਹੀ ਰਹਿ ਜਾਂਦਾ ਹੈ। ਪਹਿਲਾਂ ਇਕੱਲੇ ਪੰਡਿਤ ਪੜ੍ਹੇ ਹੁੰਦੇ ਸੀ, ਅੱਜ ਕੱਲ੍ਹ ਸਾਰੇ ਪੜ੍ਹੇ ਲਿਖੇ ਨੇ। ਪੜ੍ਹਾਈ ਦੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਵੀ ਪੜ੍ਹਨ ਵਾਲੇ ਨੂੰ ਲੱਗਦਾ ਹੈ ਕਿ ਜੋ ਮੈਂ ਕਰਦਾ ਪਿਆ ਹਾਂ ਉਹੀ ਠੀਕ ਕਰਦਾ ਪਿਆ ਹਾਂ। ਉਹਦੇ ਵਿੱਚ ਇੱਕ ਸਭ ਤੋਂ ਵੱਡੀ ਮੁਸ਼ਕਿਲ ਇਹ ਆ ਜਾਂਦੀ ਹੈ, ਕਿਉਂਕਿ ਇੱਕ ਹੁੰਦਾ ਹੈ, ਜਿੱਦਾਂ ਪਹਿਲਾਂ ਇਹ ਹੁੰਦਾ ਸੀ ਵੀ ਸਾਡੇ ਕੋਲ ਸੋਸ਼ਲ ਮੀਡੀਆ ਵਾਲੇ ਪਲੇਟਫਾਰਮ ਹੁੰਦੇ ਨਹੀਂ ਸੀ। ਜੇ ਅੱਜ ਤੋਂ ਲਗਭਗ 4-5 ਸਾਲ ਪਹਿਲਾਂ ਦੀ ਗੱਲ ਕਰ ਲਈਏ, ਤੇ ਜਿਸ ਵੀ ਬੰਦੇ ਨੇ ਬੈਸਣਾ ਹੁੰਦਾ ਸੀ ਸਾਹਮਣੇ ਹੋ ਕੇ ਬੈਸਣਾ ਹੁੰਦਾ ਸੀ, ਤੇ ਸਾਹਮਣੇ ਹੋਏ ਬੰਦੇ ਦੀ ਥੋੜੀ ਦੀ ਨਾ ਇਦਾਂ ਕਹਿ ਲਈਏ ਵੀ ਬੰਦੇ ਨੂੰ ਸ਼ਰਮ ਹੁੰਦੀ ਹੈ ਵੀ ਮੇਰੀ ਉਮਰ ਤੋਂ ਵੱਡਾ ਬੰਦਾ ਹੈ, ਮੈਂ ਇਹਨੂੰ ਥੋੜੀ ਜਿਹੀ ਰਿਸਪੈਕਟ ਦੇ ਨਾਲ ਬੋਲਾਂ। ਫਿਰ ਉਹਨੂੰ ਇਹ ਹੁੰਦਾ ਹੈ ਵੀ ਮੇਰੇ ਸਾਹਮਣੇ ਬੈਠਾ ਹੈ, ਮੈਂ ਕੋਈ ਇਦਾਂ ਦੀ ਗੱਲ ਨਾ ਬੋਲਾਂ ਜਿਹਦੇ ਨਾਲ ਇੱਕਦਮ ਮਾਹੌਲ ਗਰਮ ਹੋ ਜਾਵੇ ਜਦੋਂ ਕੋਈ ਸਾਹਮਣੇ ਸਾਡੇ ਬੈਠਾ ਹੋਵੇ। ਪਰ ਹੁਣ ਕੀ ਹੈ, ਹੁਣ ਸਾਡੇ ਕੋਲ ਆ ਗਈ ਹੈ ਫੇਸਬੁੱਕ। ਹੁਣ ਸਾਡੇ ਕੋਲ ਇਹ ਜਿਹੜੇ ਜਿੰਨੇ ਵੀ ਸੋਸ਼ਲ ਮੀਡੀਆ ਦੇ ਪਲੇਟਫਾਰਮ ਨੇ, ਇਹਦੇ ਵਿੱਚ ਇੱਕ ਗੱਲ ਬੜੇ ਕਮਾਲ ਦੀ ਹੈ ਵੀ ਜਿਹਨੂੰ ਅਸੀਂ ਗੱਲ ਕਹਿਣੀ ਆ ਸਾਡੇ ਸਾਹਮਣੇ ਨਹੀਂ ਬੈਠਾ। ਹੁਣ ਜਦੋਂ ਸਾਡੇ ਸਾਹਮਣੇ ਨਹੀਂ ਬੈਠਾ ਤੇ ਉਹਦੇ ਨਾਲ ਕੀ ਫਿਰ ਹੁੰਦਾ ਹੈ, ਸਾਡੇ ਦਿਲ 'ਚ ਜੋ ਆਇਆ ਬਸ ਉਹ ਬੋਲਣਾ ਸ਼ੁਰੂ ਕਰ ਦਿੱਤਾ। ਕਾਰਨ ਕੀ ਹੈ? ਕਿਉਂਕਿ ਹੁਣ ਕਿਸੇ ਇਕੱਲੇ ਨਾਲ ਥੋੜਾ ਆ ਕੇ ਲੜੇਗਾ, ਅਸੀਂ ਬੋਲ ਦਿੱਤਾ। ਪਹਿਲਾਂ ਜੇਕਰ ਅਸੀਂ ਲੜਦੇ ਸੀ ਤੇ ਸਾਡੀ ਗੱਲ ਸਾਡੇ ਤੱਕ ਹੀ ਰਹਿ ਜਾਂਦੀ ਸੀ। ਅੱਜ ਉਸੇ ਵੇਲੇ ਅਸੀਂ ਕੁਝ ਲਿਖ ਦਿੰਨੇ ਹਾਂ, ਲਿਖਿਆ ਸਾਡਾ ਮਿਟਦਾ ਤੇ ਨਹੀਂ ਹੈ ਨਾ ਐਡੀ ਛੇਤੀ, ਉਹ ਅਗਲੇ ਤੱਕ ਪਹੁੰਚ ਕੇ ਰਹਿੰਦਾ ਹੈ। ਫਿਰ ਉਹ ਕੀ ਦਿੰਦਾ ਹੈ, ਬਹਿਸਾਂ ਨਵੀਂ ਬਹਿਸ ਨੂੰ ਜਨਮ ਦਿੰਦੀਆਂ ਨੇ। ਔਰ ਇਦਾਂ ਹੋ ਰਿਹਾ ਹੈ, 4 ਬੰਦੇ ਬਹਿਸ ਕਰਦੇ ਨੇ, ਇੱਕ ਨਵਾਂ ਚੈਪਟਰ ਤਿਆਰ ਹੋ ਜਾਂਦਾ ਹੈ ਵੀ ਆਹ ਵੇਖੋ ਜੀ ਆਹ ਬਹਿਸ ਹੋਈ ਹੈ। ਫਿਰ ਉਸ ਚੈਪਟਰ ਦੇ ਉੱਤੇ ਹੋਰ 4 ਬੰਦੇ ਬਹਿਸ ਕਰਦੇ ਨੇ, ਫਿਰ ਇੱਕ ਹੋਰ ਚੈਪਟਰ ਤਿਆਰ ਹੋ ਜਾਂਦਾ ਹੈ। ਬਸ ਬਹਿਸ ਦੇ ਉੱਤੇ ਨਵਾਂ ਚੈਪਟਰ ਤੇ ਚੈਪਟਰ ਦੇ ਉੱਤੇ ਬਹਿਸ, ਰਿਜ਼ਲਟ ਕੁਝ ਨਹੀਂ ਨਿਕਲਦਾ ਪਿਆ। ਤੁਸੀਂ ਅੱਜ ਤੋਂ ਪਿਛਲੇ 2-3 ਸਾਲਾਂ ਦੀ ਸਾਡੀ ਸੋਸ਼ਲ ਮੀਡੀਆ ਦੀ ਪ੍ਰਾਪਤੀ ਵੇਖ ਲਓ, ਸਾਡੇ ਟੀਵੀ ਚੈਨਲ ਦੀ ਪ੍ਰਾਪਤੀ ਵੇਖ ਲਓ, ਸਾਰਾ ਕੁਝ ਵੇਖ ਲਿਓ ਵੀ ਜਿੰਨੇ ਬਹਿਸੇ ਨੇ ਉਹਨਾਂ ਨੇ ਦੇਸ਼ ਨੂੰ ਕੱਢ ਕੇ ਕੀ ਦਿੱਤਾ, ਹੱਲ ਕੀ ਕੱਢ ਕੇ ਦਿੱਤਾ। ਪਰ ਤੁਸੀਂ ਵੇਖਿਓ ਲੋਕਾਂ ਨੂੰ ਚਾਹ ਹੈ ਉਹਨਾਂ ਚੀਜ਼ਾਂ ਨੂੰ ਵੇਖਣ ਦਾ ਵੀ ਹਾਂ ਵੇਖੀਏ ਤੇ ਸਹੀ ਜਿੱਤਦਾ ਕੌਣ ਹੈ। ਅਕਸਰ ਇਦਾਂ ਹੁੰਦਾ, 2 ਪਹਿਲਵਾਨ ਲੜਦੇ ਹੋਣ ਨਾ
ਤੇ ਅਸੀਂ ਆਪਣਾ ਪਾਸਾ ਬਣਾ ਕੇ ਬੈਠ ਜਾਂਦੇ ਹਾਂ ਵੀ ਵੇਖੋ ਕਿਹੜਾ ਪਹਿਲਵਾਨ ਜਿੱਤਦਾ। ਤੁਸੀਂ ਕਿਸੇ ਮੈਚ ਨੂੰ ਵੇਖਦੇ ਹੋਵੋਗੇ, ਮੈਂ ਇਹ ਨਹੀਂ ਕਹਿੰਦਾ, ਇੰਡੀਆ ਦੀ ਗੱਲ ਹੈ, ਤੁਸੀਂ ਆਟੋਮੈਟਿਕਲੀ ਇਸ ਚੀਜ਼ ਦੇ ਵਿੱਚ ਜਾਓਗੇ ਕਿ ਬੰਦਾ ਜਿੱਤ ਹਾਰ ਵੇਖਣੀ ਚਾਹੁੰਦਾ ਹੈ। ਜਿਨ੍ਹਾਂ ਦੇਸ਼ਾਂ ਨੂੰ ਅਸੀਂ ਜਾਣਦੇ ਵੀ ਨਹੀਂ, ਜਿਨ੍ਹਾਂ ਦੇਸ਼ਾਂ ਨੂੰ ਅਸੀਂ ਸਮਝਦੇ ਵੀ ਨਹੀਂ, ਉਹਨਾਂ ਨੂੰ ਕਿਤੇ 10-15 ਮਿੰਟ ਵੇਖ ਲਈਏ ਬੰਦਾ ਫੇਵਰ ਕਰਨਾ ਸ਼ੁਰੂ ਕਰ ਦਿੰਦਾ ਵੀ ਆਹ ਜਣਾ ਜਿੱਤਣਾ ਚਾਹੀਦਾ ਹੈ। ਉਹ ਤੇ ਖੇਡਣ ਵਾਲੀਆਂ ਗੱਲਾਂ ਨੇ। ਇੰਨੀ ਉੱਚੀ ਉੱਚੀ ਬੋਲ ਕੇ, ਇੰਨੀ ਉੱਚੀ ਉੱਚੀ ਗੱਲ ਕਰਕੇ ਬਸ ਆਪਣੇ ਆਪ ਨੂੰ ਜਿਤਾਉਣਾ ਚਾਹੁੰਦੇ ਨੇ। ਤੇ ਮਹਾਰਾਜ ਜੀ ਕਹਿੰਦੇ ਇਹਨਾਂ ਬੰਦਿਆਂ ਦੇ ਲਾਗੇ ਬੈਠ ਜਾਓ, ਇਹ ਕਰਦੇ ਕੀ ਪਏ ਨੇ। ਜਦੋਂ ਇਹਨਾਂ ਦੀ ਪੜ੍ਹਾਈ ਦੇ ਵੱਲ ਧਿਆਨ ਦੇਵੋਗੇ ਨਾ, ਤੇ ਇਹ ਅਨਪੜ੍ਹ ਬੰਦੇ ਨਹੀਂ ਨੇ। ਕਿਉਂਕਿ ਅਨਪੜ੍ਹ ਬੰਦਾ ਜਿਹੜਾ ਹੁੰਦਾ ਨਾ, ਇੱਕ ਸਿੱਧੀ ਜੀ ਗੱਲ ਹੈ ਵੀ ਅਨਪੜ੍ਹ ਬੰਦੇ ਨੂੰ ਸਮਝਾ ਲੈਣਾ ਸੌਖਾ ਹੈ। ਪੜ੍ਹਿਆਂ ਲਿਖਿਆਂ ਦੇ ਕੋਲੋਂ ਸਾਨੂੰ ਸਿਰਫ ਬਹਿਸਾਂ ਹੀ ਮਿਲਦੀਆਂ ਨੇ, ਹੋਰ ਕੁਝ ਨਹੀਂ ਮਿਲਦਾ। ਬੁਰਾ ਨਾ ਮਨਾਇਓ, ਇਹ ਨਹੀਂ ਕਿ ਪੜ੍ਹਾਈ ਜ਼ਰੂਰੀ ਨਹੀਂ ਹੈ, ਪਰ ਸਾਡੀ ਪੜ੍ਹਾਈ ਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ, ਸਾਡੀ ਪੜ੍ਹਾਈ ਦੇ ਵਿੱਚ ਸਾਨੂੰ ਇਹ ਸਿਖਾਇਆ ਹੀ ਨਹੀਂ ਗਿਆ ਵੀ ਜੇ ਕੋਈ ਸਾਡਾ ਵਿਰੋਧ ਕਰਦਾ ਹੈ ਤੇ ਅਸੀਂ ਉਹਨੂੰ ਕਿੱਦਾਂ ਸਵੀਕਾਰ ਕਰਨਾ। ਇਹਨੂੰ ਮੰਨਦਾ ਕੌਣ ਹੈ? ਕਦੀ ਅਸੀਂ ਵੀ ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹੇ ਹਾਂ, ਵਾਹਿਗੁਰੂ ਦੀ ਕਿਰਪਾ ਦੇ ਨਾਲ। ਸਾਡੇ ਸਕੂਲ ਦੇ ਵਿੱਚ ਕਦੀ ਨਾ ਕਾਲਜ ਦੇ ਵਿੱਚ ਸਾਨੂੰ ਇਸ ਗੱਲ ਦੀ ਪ੍ਰੈਕਟਿਸ ਕਰਵਾਈ ਗਈ ਹੈ ਵੀ ਜਿਹੜਾ ਸਾਡਾ ਵਿਰੋਧ ਕਰਦਾ ਹੈ ਉਹ ਸਾਡਾ ਬੁਰਾ ਨਹੀਂ ਸੋਚਦਾ ਪਿਆ ਹੁੰਦਾ। ਉਹ ਕਿਸ ਲੈਵਲ ਦੇ ਉੱਤੇ ਸਾਡੇ ਨਾਲ ਬਹਿਸ ਕਰਦਾ ਪਿਆ ਹੈ, ਕਿਸ ਲੈਵਲ ਦੇ ਉੱਤੇ ਸਾਡਾ ਵਿਰੋਧ ਕਰਦਾ ਪਿਆ ਹੈ, ਉਹਨੂੰ ਚੀਜ਼ ਨੂੰ ਸੋਚ ਕੇ ਤੇ ਵੇਖੋ। ਆ ਥੋੜੇ ਦਿਨ ਪਹਿਲਾਂ ਦੀ ਗੱਲ ਹੈ, ਤੁਸੀਂ ਸ਼ਾਇਦ ਸੁਣਿਆ ਹੋਵੇਗਾ, ਮੇਰੇ ਖਿਆਲ ਦੇ ਨਾਲ ਯੂਨੀਵਰਸਿਟੀ ਲੁਧਿਆਣਾ ਤੋਂ ਉਹ ਸਾਇੰਟਿਸਟ ਸੀ ਡਾਕਟਰ ਵਰਿੰਦਰਪਾਲ ਸਿੰਘ ਹੁਣੀ। ਉਹਨਾਂ ਨੇ ਆਪਣਾ ਅਵਾਰਡ ਵਾਪਸ ਕੀਤਾ। ਬਹੁਤਿਆਂ ਨੂੰ ਸ਼ਾਇਦ ਨਾ ਪਤਾ ਹੋਵੇਗਾ, ਉਹਨਾਂ ਨੇ ਅਵਾਰਡ ਵਾਪਸ ਕੀਤਾ। ਤੇ ਉਹਨਾਂ ਨੇ ਇੱਕ ਗੱਲ ਬੋਲੀ ਸੀ ਕਿ ਜਦੋਂ ਮੈਂ ਅਵਾਰਡ ਵਾਪਸ ਕਰਦਾ ਪਿਆ ਸੀ, ਵਾਪਸ ਉਹਨਾਂ ਨੇ ਕੀਤਾ ਸੀ ਕਿਸਾਨੀ ਸੰਘਰਸ਼ ਦੇ ਬਾਰੇ ਵੀ ਉਹ, ਕਿਉਂਕਿ ਉਹ ਖੇਤੀਬਾੜੀ ਡਿਪਾਰਟਮੈਂਟ ਦੇ ਸਾਇੰਟਿਸਟ ਸੀ, ਤੇ ਕਹਿੰਦੇ ਵੀ ਜਿਨ੍ਹਾਂ ਦੀ ਕਰਕੇ ਮੈਂ ਸਾਰੀਆਂ ਖੋਜਾਂ ਕਰਦਾ ਪਿਆ ਹਾਂ ਉਹ ਤੇ ਸੜਕਾਂ ਤੇ ਫਿਰਦੇ ਪਏ ਨੇ, ਤੇ ਮੈਂ ਇਹੋ ਜਿਹੀਆਂ ਇਹਨਾਂ ਦੇ ਅਵਾਰਡਾਂ ਨੂੰ ਕੀ ਕਰਾਂਗਾ। ਕੁਝ ਰਕਮ ਸੀ, ਸ਼ਾਇਦ 1 ਲੱਖ ਰੁਪਏ ਦੀ ਰਕਮ ਸੀ ਜਿਹੜੀ ਇਨਾਮ ਵਜੋਂ ਮਿਲਣੀ ਸੀ। ਗੱਲ ਰਕਮ ਦੀ ਨਹੀਂ ਹੁੰਦੀ, ਗੱਲ ਹੁੰਦੀ ਵੀ ਇਨਾਮ ਮਿਲਦਾ ਪਿਆ ਤੇ ਔਰ ਸਟੇਟ ਵੱਲੋਂ ਇਨਾਮ ਮਿਲਦਾ ਪਿਆ। ਉਹਨਾਂ ਨੇ ਇੱਕ ਗੱਲ ਬੋਲੀ, ਜਦੋਂ ਉਹਨਾਂ ਦਾ ਨਾਮ ਅਨਾਉਂਸ ਹੋਇਆ ਤੇ ਉਹਨਾਂ ਨੇ ਅਵਾਰਡ ਵਾਪਸ ਕਰ ਦਿੱਤਾ, ਤੁਸੀਂ ਵੇਖਿਆ ਹੋਵੇਗਾ। ਕਹਿੰਦੇ ਮੈਂ ਉੱਥੇ ਬੈਠਾ ਰਿਹਾ, ਜਦੋਂ ਮਤਲਬ ਅਜੇ ਖਤਮ ਨਹੀਂ ਸੀ ਹੋਈ ਸੈਰਾਮਨੀ, ਮੈਂ ਬੈਠਾ ਰਿਹਾ ਸਾਰਾ। ਵੀ ਮੈਨੂੰ ਲੋਕ ਕਹਿੰਦੇ ਉੱਥੇ ਇਹ ਕਹਿੰਦੇ ਫਿਰਦੇ ਸੀ ਕਿ ਜੇ ਅਵਾਰਡ ਲੈਣਾ ਨਹੀਂ ਸੀ ਤੇ ਕਰਨ ਕੀ ਆਇਆ ਸੀ। ਤੁਸੀਂ ਵੇਖੋ ਲੋਕਾਂ ਦੀ ਮੈਂਟੈਲਿਟੀ ਕੀ ਹੈ, ਉੱਥੇ ਬੈਠਿਆਂ ਦੀ ਕੀ ਮੈਂਟੈਲਿਟੀ ਹੈ ਵੀ ਜੇ ਇੱਥੇ ਆਏ ਜੇ ਤੇ ਸਿਰ ਸੁੱਟ ਕੇ ਮੰਨੋ ਇਸ ਗੱਲ ਨੂੰ, ਇਹਦਾ ਵਿਰੋਧ ਨਾ ਕਰੋ। ਜੋ ਇਹ ਸਾਰਿਆਂ ਨੇ ਫੰਕਸ਼ਨ ਕੀਤਾ ਹੈ ਨਾ, ਬਸ ਇੱਕ ਇਦਾਂ ਵੀ ਜੋ ਇਹ ਕਹਿੰਦੇ ਨੇ ਤੁਸੀਂ ਸਹੀ ਕਰੀ ਜਾਓ। ਜੇ ਇੱਕ ਵੀ ਬੰਦਾ ਖੜਾ ਹੋ ਗਿਆ ਵੀ ਆਹ ਗੱਲ ਗਲਤ ਹੈ, ਉਹਦੇ ਲਈ ਕਿਹੜੇ ਕਿਹੜੇ ਤਰੀਕੇ ਵਰਤੇ ਜਾਂਦੇ ਨੇ ਇਹ ਤੁਸੀਂ ਚੈੱਕ ਕਰਕੇ ਵੇਖ ਲੈਣਾ, ਚੈੱਕ ਕਰਕੇ ਵੀ ਕਿੱਦਾਂ ਕਿੱਦਾਂ ਲੋਕਾਂ ਨੂੰ ਦਬਾਇਆ ਜਾਂਦਾ ਹੈ। ਮਹਾਰਾਜ ਇਹਨੂੰ ਕਹਿੰਦੇ ਨੇ। ਅਸੀਂ ਵਿਸ਼ਾ ਕਿਹਨੂੰ ਬਣਾ ਲਿਆ ਹੈ ਅੱਜ ਕੱਲ੍ਹ ਸਾਡੇ ਆਲੇ ਦੁਆਲੇ। ਮੈਂ ਬੇਨਤੀ ਕਰ ਦੇਵਾਂਗਾ, ਚਾਹੇ ਕੋਈ ਧਾਰਮਿਕ ਪ੍ਰਚਾਰਕ ਹੈ, ਭਾਵੇਂ ਕਿੱਡੀ ਵੀ ਉੱਚੀ ਪੋਸਟ ਤੇ ਬੈਠਾ ਤੇ ਭਾਵੇਂ ਲੱਖਾਂ ਬੰਦੇ ਉਹਨੂੰ ਸੁਣਦੇ ਪਏ ਨੇ, ਜੇ ਉਹ ਸਾਡੇ ਮਨ ਦੇ ਵਿੱਚ ਇੱਕ ਸਾਇਲੈਂਟ ਪੋਇਜ਼ਨ ਦੇ ਰਿਹਾ ਹੈ ਨਾ ਵੀ ਸਾਡੇ ਲਾਗੇ ਵਾਲੇ ਬੰਦੇ ਚੰਗੇ ਨਹੀਂ, ਦੂਜੇ ਧਰਮ ਵਾਲੇ ਬੰਦੇ ਮਾੜੇ, ਆਹ ਧਰਮ ਵਾਲੇ ਬੰਦੇ ਚੰਗੇ, ਆਹ ਜਾਤੀਆਂ ਚੰਗੀਆਂ ਨਹੀਂ, ਆਹ ਫਲਾਣੇ ਬੁਰੇ, ਜਿਹੜਾ ਇਦਾਂ ਦਾ ਸਾਇਲੈਂਟ ਪੋਇਜ਼ਨ ਦਿੰਦਾ ਨਾ ਸਾਨੂੰ, ਮੈਨੂੰ ਮਾਫ ਕਰਨਾ, ਭਾਵੇਂ ਲੱਖਾਂ ਜਾਣੇ ਸੁਣਦੇ ਪਏ ਜੇ, ਉਹਨੂੰ ਨਾ ਸੁਣੋ, ਉਹਨੂੰ ਬਿਲਕੁਲ ਨਾ ਸੁਣੋ। ਔਰ ਫਿਰ ਇਦਾਂ ਹੋਵੇਗਾ, ਮਹੀਨਾ ਕੁ ਸੁਣ ਲਵੋਗੇ ਨਾ, ਸਾਨੂੰ ਆਪਣੇ ਆਪ ਹੀ ਸਾਡੇ ਲਾਗੇ ਬੈਠੇ ਬੰਦੇ ਗਲਤ ਲੱਗਣੇ ਸ਼ੁਰੂ ਹੋ ਜਾਂਦੇ। ਲਾਗੇ ਬੈਠੇ ਇੱਕ ਹੋਰ ਆਪ ਜੀ ਦੇ ਅੱਗੇ ਰੱਖਦੇ ਵਾਂ, ਕਿਉਂਕਿ ਇਹ ਸ਼ਲੋਕ ਧਾਰਮਿਕ ਬੰਦਿਆਂ ਦੇ ਬਾਰੇ ਹੈ, ਪਰ ਅੱਜ ਕੱਲ੍ਹ ਤੇ ਜਿਹੜੇ ਬਹਿਸਦੇ ਨੇ ਉਹਨਾਂ ਦੇ ਬਾਰੇ ਜ਼ਿਆਦਾ ਗੱਲ ਹੈ ਵੀ ਤੁਹਾਨੂੰ ਰਿਜ਼ਲਟ ਕਿੱਥੇ ਨਿਕਲਦਾ ਪਿਆ ਹੈ। ਇੰਨੀਆਂ ਲੰਮੀਆਂ ਬਹਿਸਾਂ, ਇੰਨੀਆਂ ਵੱਡੀਆਂ ਬਹਿਸਾਂ, ਤੇ ਆਊਟਪੁੱਟ ਕੀ ਹੈ? ਸਿਰਫ ਇੱਕ ਦੂਸਰੇ ਨੂੰ ਉੱਚੀ ਬੋਲ ਕੇ ਹਟ ਗਏ। ਔਰ ਕਈਆਂ ਥਾਵਾਂ ਦੇ ਉੱਤੇ ਤੇ ਬਹਿਸ ਤੋਂ ਅੱਗੇ ਗੱਲ ਚਲੀ ਜਾਂਦੀ ਹੈ, ਤੁਸੀਂ ਵੇਖਿਆ ਵੀ ਹੋਵੇਗਾ ਉਹ ਪਾਸਾ। ਸਤਿਗੁਰੂ ਨੇ ਸਿਰਫ ਇੱਕ ਪਾਸਾ ਰੱਖਿਆ ਹੈ, ਭਾਈ ਇਹ ਅਨਪੜ੍ਹ ਲੋਕ ਨਹੀਂ ਨੇ, ਬੜੇ ਪੜ੍ਹੇ ਲਿਖੇ ਲੋਕ ਨੇ। ਜਦੋਂ ਪਹਿਲਾਂ ਪੰਡਿਤ ਪੜ੍ਹੇ ਹੁੰਦੇ ਸੀ ਨਾ, ਤੁਸੀਂ ਵੇਖੋਗੇ ਉਹਨਾਂ ਦੇ ਵਿੱਚੋਂ ਬਹੁਤੇ ਤੇ ਉਹੀ ਆ। ਹੁਣ ਕਿਸੇ ਨੇ ਨੈਸ਼ਨਲ ਲੈਵਲ ਦੇ ਟੀਵੀ ਦੇ ਉੱਤੇ ਬੋਲਣਾ ਹੈ, ਨੈਸ਼ਨਲ ਲੈਵਲ ਦੀ ਅਖਬਾਰ ਦੇ ਵਿੱਚ ਕੁਝ ਲਿਖਣਾ ਹੈ, ਜਾਂ ਕਿਸੇ ਚੈਨਲ ਦੇ ਉੱਤੇ ਬੋਲਣਾ ਹੈ, ਉਹ ਅਨਪੜ੍ਹ ਬੰਦਾ ਨਹੀਂ ਹੋ ਸਕਦਾ। ਅਨਪੜ੍ਹ ਬੰਦੇ ਨੂੰ ਤਾਂ ਵਿਚਾਰੇ ਨੂੰ 2 ਵਾਰ ਮੋਬਾਈਲ ਦਾ ਪਾਸਵਰਡ ਭੁੱਲ ਜਾਂਦਾ ਵੀ ਮੋਬਾਈਲ ਦਾ ਪਾਸਵਰਡ ਕਿੱਦਾਂ ਲਾਉਣਾ। ਉਹਨਾਂ ਦੇ ਵਿੱਚੋਂ ਕਈ ਡਾਕਟਰ ਨੇ, ਤੁਸੀਂ ਨਾਮ ਉਹਨਾਂ ਦੇ ਪੜ੍ਹੋਗੇ ਸੁਣੋਗੇ, ਕੁਝ ਡਾਕਟਰ ਨੇ, ਕਿੱਡੇ ਕਿੱਡੇ ਉੱਚੇ ਰੁਤਬੇ ਨੇ ਉਹਨਾਂ ਬੰਦਿਆਂ ਦੇ, ਪਰ ਜਦੋਂ ਗੱਲ ਕਰਨਗੇ ਏਡੀ ਬੇਥਵੀ ਗੱਲ ਕਰਨਗੇ, ਏਡੀ ਨਿਕੰਮੀ ਗੱਲ ਕਰਨਗੇ ਵੀ ਸ਼ਾਇਦ ਡਾਕਟਰੀ ਲਾਈਨ ਨੂੰ ਵੀ ਸ਼ਰਮ ਆ ਜਾਵੇ ਵੀ ਇਹ ਬੰਦਾ ਸਾਡੀ ਲਾਈਨ ਦੇ ਵਿੱਚੋਂ ਨਿਕਲਿਆ ਹੋਇਆ।
ਪਰ ਕਿਉਂ? ਇੱਕ ਆਦਤ ਹੈ। ਇਹ ਸਾਡੇ ਸਾਹਮਣੇ ਨਾ ਇੱਕ ਨੈਰੇਟਿਵ ਸਿਰਜਿਆ ਜਾਂਦਾ ਹੈ, ਇੱਕ ਸਿਧਾਂਤ ਸਾਡੇ ਸਾਹਮਣੇ ਬਣਾ ਦਿੱਤਾ ਜਾਂਦਾ ਹੈ ਵੀ ਭਾਈ ਬੈਸਣਾ ਜਿਹੜਾ ਹੈ ਨਾ ਉਹ ਬੜਾ ਜ਼ਰੂਰੀ ਹੈ ਜ਼ਿੰਦਗੀ ਦੇ ਵਿੱਚ। ਗੁਰੂ ਸਾਹਿਬ ਨਹੀਂ ਇਸ ਗੱਲ ਨੂੰ ਮੰਨਦੇ। ਮਹਾਰਾਜ ਕਹਿੰਦੇ ਵਿਚਾਰ ਕੀਤੀ ਜਾ ਸਕਦੀ ਹੈ, ਤੇ ਕਦੀ ਵੀ ਇਦਾਂ ਨਹੀਂ ਹੁੰਦਾ ਕਿ ਮੇਰੇ ਵਿਚਾਰ ਸਾਰਿਆਂ ਦੇ ਨਾਲ ਰਲਦੇ ਹੀ ਹੋਣ। ਜੇ ਸਾਰਿਆਂ ਦੇ ਨਾਲ ਰਲਦੇ ਨੇ ਨਾ ਵਿਚਾਰ, ਇਹਦਾ ਮਤਲਬ ਹੈ ਜਾਂ ਤੇ ਮੈਂ ਡੈਡ ਹਾਂ ਤੇ ਜਾਂ ਸੁਣਨ ਵਾਲੇ ਡੈਡ ਨੇ। ਮੈਨੂੰ ਮਾਫ ਕਰਨਾ, ਇਹ ਸੰਗਤ ਲਈ ਗੱਲ ਨਹੀਂ, ਅਗਲਿਆਂ ਦੀ ਗੱਲ ਕਰਦਾ। ਜਿਸ ਚੀਜ਼ ਦੇ ਉੱਤੇ ਕੋਈ ਰਿਐਕਸ਼ਨ ਨਹੀਂ ਆ ਰਿਹਾ, ਅਗਲੇ ਸੁਣਨ ਵਾਲੇ ਦੇ ਵਿੱਚ ਕੋਈ ਕੁਐਸਚਨ ਪੈਦਾ ਨਹੀਂ ਹੋ ਰਿਹਾ, ਇਹਦਾ ਮਤਲਬ ਇੰਨਾ ਕਿਤੇ ਹੈ ਵੀ ਉਹਦਾ ਕੋਈ ਬਹੁਤਾ ਲੰਮਾ ਫਾਇਦਾ ਨਹੀਂ ਹੈ। ਪਰ ਜੇ ਉਹ ਅੱਗੇ ਆਏ ਹੋਏ ਕੁਐਸਚਨ ਇਦਾਂ ਨਿਕਲਦੇ ਪਏ ਨੇ ਵੀ ਇਹਨੂੰ ਜਲੀਲ ਕਰਨਾ ਹੈ, ਇਹਨੂੰ ਬੁਰਾ ਦਿਖਾਉਣਾ ਹੈ, ਇਹਨੂੰ ਨੀਵਾਂ ਵਿਖਾਉਣਾ ਹੈ, ਉਹ ਬੇਕਾਰ ਦੀਆਂ ਗੱਲਾਂ ਨੇ। ਤੁਸੀਂ ਅੱਜ ਤੋਂ ਮੇਰੇ ਖਿਆਲ ਦੇ ਨਾਲ, ਜੇ ਆਪ ਜੀ ਇਸ ਪਾਸੇ ਤੋਂ ਸੋਸ਼ਲ ਮੀਡੀਆ ਕਦੀ ਯੂਜ਼ ਕੀਤਾ ਹੋਵੇਗਾ, ਆਪਾਂ ਤੇ ਚਲੋ ਬੜਾ ਮਾਲਕ ਨੇ ਬਚਾ ਕਰਕੇ ਰੱਖਿਆ ਹੈ, ਮੈਂ ਉਹ ਵੀ ਪਾਸਾ ਆਪ ਜੀ ਦੇ ਅੱਗੇ ਰੱਖ ਦੇਵਾਂਗਾ। ਜਿਹੜੇ ਬੰਦੇ, ਉਹਨਾਂ ਦਾ ਕੰਮ ਹੀ ਇਹ ਹੈ ਵੀ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਵੀ ਕੋਈ ਐਕਟਿਵ ਹੈ ਬੰਦਾ, ਉਹਦੀ ਉਹਨਾਂ ਨੇ ਬੇਇੱਜ਼ਤੀ ਕਰਨੀ ਹੈ। ਮੈਂ ਸ਼ਬਦ ਵਰਤਦਾ ਪਿਆ। ਅੱਜ ਕੱਲ੍ਹ ਇਹੋ ਹੀ ਸਭ ਤੋਂ ਵੱਡਾ ਜਿਹੜਾ ਨਾ ਬਹਿਸ ਦਾ ਸਾਡਾ ਪਲੇਟਫਾਰਮ ਬਣਿਆ ਪਿਆ ਹੈ, ਫੇਸਬੁੱਕ, ਕਿਉਂਕਿ ਹਰ ਇੱਕ ਨੂੰ ਲੱਗਦਾ ਵੀ ਮੈਨੂੰ ਆਜ਼ਾਦੀ ਹੈ। ਉਹ ਕੀ ਹੈ ਕਿ ਉੱਥੇ ਤੁਸੀਂ ਵੇਖੋਗੇ ਵੀ ਉਹਨਾਂ ਬੰਦਿਆਂ ਨੂੰ ਟ੍ਰੈਂਡ ਚੱਲਦੇ ਨੇ ਨਾ। ਅਸੀਂ ਅੱਜ ਦੀ ਗੱਲ ਕਰੀਏ ਵੀ ਅੱਜ ਕਿਹੜੀ ਚੀਜ਼ ਦਾ ਟ੍ਰੈਂਡ ਚੱਲਦਾ ਪਿਆ ਹੈ, ਅੱਜ ਇਸ ਬੰਦੇ ਦੀ ਫੜ ਕੇ ਤੇ ਬੇਇੱਜ਼ਤੀ ਹੋ ਰਹੀ ਹੈ। ਫਿਰ ਵੇਖਿਓ ਲੋਕ ਕਿੱਦਾਂ ਚੱਲਦੇ ਨੇ। ਤੁਸੀਂ ਸਾਰੇ, ਇਹ ਸ਼ਾਇਦ ਧਾਰਮਿਕ ਗੱਲ ਤੋਂ ਥੋੜ੍ਹੀ ਜਿਹੀ ਬਾਹਰ ਦੀ ਗੱਲ ਹੋ ਜਾਵੇਗੀ, ਮੈਂ ਇਹਨਾਂ ਚੀਜ਼ਾਂ ਨੂੰ ਬਹੁਤਾ ਵਰਤਦਾ ਨਹੀਂ ਹਾਂ, ਪਰ ਤੁਸੀਂ ਵੇਖੋ ਵੀ ਜਿਹੜੀਆਂ ਚੀਜ਼ਾਂ ਟ੍ਰੈਂਡ ਦੇ ਵਿੱਚ ਆਉਂਦੀਆਂ ਨੇ, ਵੀ ਅੱਜ ਇਸ ਚੀਜ਼ ਦਾ ਟ੍ਰੈਂਡ ਚੱਲਦਾ ਪਿਆ, ਅੱਜ ਇਸ ਚੀਜ਼ ਦਾ ਟ੍ਰੈਂਡ ਚੱਲਦਾ ਪਿਆ। ਕਿੰਨਾ ਟਾਈਮ ਲੱਗਦਾ ਜੀ? 2-4 ਘੰਟਿਆਂ ਦੇ ਵਿੱਚ ਚੀਜ਼ ਟ੍ਰੈਂਡ ਦੇ ਵਿੱਚ ਆ ਜਾਂਦੀ ਹੈ। ਜਿਹੜੀ ਚੀਜ਼ ਵਾਇਰਲ ਹੋ ਗਈ ਟ੍ਰੈਂਡ ਦੇ ਵਿੱਚ ਆ ਜਾਂਦੀ ਹੈ। ਪਰ ਉਸੇ ਚੀਜ਼ ਨੂੰ ਜੇਕਰ ਬੰਦਾ ਥੋੜ੍ਹੇ ਜਿਹੇ ਦਿਮਾਗ ਦੇ ਨਾਲ ਸੋਚ ਕੇ ਵੇਖੇ, ਦਿਮਾਗ ਦੇ ਨਾਲ, ਤੇ ਤੁਸੀਂ ਸੋਚ ਕੇ ਵੇਖਿਓ ਵੀ ਜਿਹੜੀ ਚੀਜ਼ ਅੱਜ ਟ੍ਰੈਂਡ ਦੇ ਵਿੱਚ ਹੈ, ਅੱਜ ਤੋਂ 10 ਦਿਨਾਂ ਬਾਅਦ ਉਹ ਟ੍ਰੈਂਡ ਦੇ ਵਿੱਚ ਰਹੇਗੀ? ਬਿਲਕੁਲ ਨਹੀਂ ਰਹਿੰਦੀ, ਨਵੀਂ ਆ ਜਾਂਦੀ ਉਹਦੀ ਥਾਂ ਦੇ ਉੱਤੇ। ਤੇ ਜੇ ਉਸੇ ਬਹਿਸ ਨੂੰ ਅਸੀਂ 10 ਦਿਨਾਂ ਬਾਅਦ ਪੜ੍ਹਾਂਗੇ ਨਾ ਵੀ ਮੈਂ 10 ਦਿਨ ਪਹਿਲਾਂ ਕੀ ਕਰਦਾ ਰਿਹਾ ਹਾਂ ਇੱਥੇ, ਬੰਦਿਆਂ ਨੂੰ ਆਪਣੇ ਆਪ ਤੇ ਸ਼ਰਮ ਆਉਣੀ ਸ਼ੁਰੂ ਹੋ ਜਾਂਦੀ ਵੀ ਮੈਂ ਕਿੰਨਾਂ ਗੱਲਾਂ ਤੋਂ ਬਹਿਸਿਆ ਸੀ, ਉਸ ਗੱਲ ਦਾ ਅੱਜ ਮਾਇਨਾ ਵੀ ਨਹੀਂ ਹੈ। ਸੌਖਾ ਹੈ ਨਾ, ਤੁਸੀਂ ਵੇਖਿਓ ਵੀ ਆਪਣੀ ਫੇਸਬੁੱਕ 'ਤੇ ਆਪਾਂ ਕੋਈ ਪੋਸਟ ਪਾਉਂਦੇ ਹਾਂ ਤੇ ਸਾਲ ਬਾਅਦ ਰਿਮਾਈਂਡਰ ਆ ਜਾਂਦਾ ਵੀ ਆਹ ਤੁਹਾਡੀ ਪਿਛਲੇ ਸਾਲ ਇਸ ਦਿਨ ਤੁਸੀਂ ਆਹ ਚੀਜ਼ ਜਿਹੜੀ ਅਪਲੋਡ ਕੀਤੀ ਸੀ। ਹੁਣ ਤੁਸੀਂ ਸੋਚਿਓ, ਚਲੋ ਕਿਉਂਕਿ ਸਾਡੇ ਤੇ ਬਹੁਤੇ ਪਰਿਵਾਰਕ ਮਸਲੇ ਹੀ ਹੁੰਦੇ ਨੇ, ਇਸ ਕਰਕੇ ਜਿਨ੍ਹਾਂ ਨੂੰ ਫਾਹ ਪਏ ਹੋਏ ਨੇ ਫੇਸਬੁੱਕ ਦੇ ਉੱਤੇ ਵੀ ਜਦੋਂ ਪੋਸਟ ਪਾਉਣਗੇ ਫਸਾਦ ਹੀ ਸ਼ੁਰੂ ਹੋ ਜਾਣੇ, ਇਹੋ ਜਿਹੇ ਬੰਦੇ ਬਹੁਤ ਨੇ, ਉਹਨਾਂ ਦੇ ਵਿੱਚੋਂ ਕੁਝ ਤੇ ਪੇਡ ਨੇ। ਪਰ ਤੁਸੀਂ ਵੇਖਿਓ ਜਦੋਂ ਸਾਲ ਬਾਅਦ ਆਪਣੀ ਆਈਡੀ ਖੋਲ੍ਹ ਕੇ ਵੇਖਦੇ ਹੋਣਗੇ ਵੀ ਅੱਜ ਦੇ ਦਿਨ ਮੈਂ ਆਹ ਅਪਲੋਡ ਕੀਤਾ ਸੀ ਤੇ ਉਹਦੇ ਤੇ ਇੰਨਾ ਬਵਾਲ ਖੜਾ ਹੋਇਆ, ਇੰਨਾ ਮਸਲਾ ਖੜਾ ਹੋਇਆ। ਹੁਣ ਜਦੋਂ ਦੁਬਾਰਾ ਪੜ੍ਹਦਾ ਹੋਵੇਗਾ ਤੇ ਬੰਦਾ ਸੋਚਦਾ ਨਾ ਹੋਵੇਗਾ ਮੈਂ ਕੀ ਪੋਸਟ ਕੀਤਾ ਸੀ, ਮੈਂ ਕੀ ਪਾਇਆ ਸੀ, ਵੀ ਅੱਧੇ ਮੈਂ ਇੱਧਰੋਂ ਲੜਾਤੇ, ਅੱਧੇ ਮੈਂ ਉੱਧਰੋਂ ਲੜਾਤੇ, ਤੇ ਮੈਨੂੰ ਕੀ ਮਿਲਿਆ ਉਹਦੇ ਵਿੱਚੋਂ? ਮਿਲਿਆ ਤੇ ਕੁਝ ਵੀ ਨਹੀਂ ਹੈ। ਪਰ ਸਾਡੀ ਇੱਕ ਮੈਂਟੈਲਿਟੀ ਹੈ, ਅਸੀਂ ਸੋਚਦੇ ਘੱਟ ਹਾਂ ਤੇ ਬਸ ਉਂਗਲਾਂ ਚਲਾ ਦਿੰਦੇ ਹਾਂ, ਕਿਉਂਕਿ ਸਾਡੀਆਂ ਉਂਗਲਾਂ ਰੋਕਣ ਵਾਲਾ ਉੱਥੇ ਕੋਈ ਵੀ ਨਹੀਂ ਹੈ। ਸਾਡੇ ਮਾਈਂਡ ਸੈਟ ਹੀ ਇੱਦਾਂ ਦੇ ਬਣ ਗਏ ਨੇ ਵੀ ਬਸ ਬੋਲਣਾ ਹੈ। ਮੈਂ ਇਸ ਪਾਸੇ ਦੀ ਗੱਲ ਨਹੀਂ ਕਰਾਂਗਾ, ਤੁਸੀਂ ਵੇਖ ਲਿਓ ਆ ਪਿਛਲੇ 4-5 ਦਿਨਾਂ ਦੇ ਵਿੱਚ ਕਿੰਨਾ ਬੰਦਿਆਂ ਨੂੰ ਬੋਲਿਆ ਗਿਆ ਤੇ ਕਿੰਨਾਂ ਨੂੰ ਨਹੀਂ ਬੋਲਿਆ ਗਿਆ। ਕਿਉਂਕਿ ਉਹਦਾ ਬੜਾ ਸੌਖਾ ਜਿਹਾ ਪਾਸਾ ਹੈ ਨਾ ਕਿ ਮੈਂ ਗੱਲ ਕੀਤੀ ਹੈ ਕਿ ਵੇਖੋ ਮੈਂ ਸਾਹਮਣੇ ਕਿਸੇ ਨਾਲ ਗੱਲ ਕਰਾਂਗਾ ਤੇ ਮੇਰੀ ਉਮਰ ਤੋਂ ਕੋਈ ਡਬਲ ਉਮਰ ਵਾਲਾ ਬੰਦਾ ਬੈਠਾ ਹੈ ਨਾ, ਤੇ ਮੈਂ ਬੜਾ ਸੋਚ ਕੇ ਗੱਲ ਕਰਾਂਗਾ, ਉਹਨੂੰ ਕਦੀ ਤੂੰ ਨਹੀਂ ਬੋਲਾਂਗਾ, ਤੁਸੀਂ ਬੋਲਾਂਗਾ। ਪਰ ਫੇਸਬੁੱਕ ਤੇ ਮੈਨੂੰ ਕੌਣ ਰੋਕੇਗਾ? ਉੱਥੇ ਵੇਖੋ, ਮੈਨੂੰ ਮਾਫ ਕਰਿਓ, 12 ਸਾਲ ਤੋਂ ਲੈ ਕੇ ਤੇ 80 ਸਾਲ ਦੇ ਬੰਦੇ ਦੀ ਬਰਾਬਰ ਦੀ ਕਦਰ ਹੈ। ਬਸ ਜਿਹਦੀ ਹੋਣ ਲੱਗ ਪਈ ਉੱਥੇ ਉਹਦੀ ਉਮਰ ਥੋੜ੍ਹਾ ਵੇਖੀ ਜਾਂਦੀ। ਮੈਂ ਸਿਰਫ ਇਸ ਕਰਕੇ ਕਹਿਣਾ ਹਾਂ, ਨਿਕਲਦਾ ਕੀ ਹੈ ਇਹਨਾਂ ਗੱਲਾਂ ਦੇ ਵਿੱਚੋਂ? ਬਹਿਸ, ਬਸ ਬਹਿਸ ਹੈ। ਔਰ ਲੋਕੀ ਬਹਿਸ ਵੇਖ ਵੇਖ ਕੇ ਖੁਸ਼ ਹੋਈ ਜਾਂਦੇ ਨੇ। ਉਹ ਮਹਾਰਾਜ ਕਹਿੰਦੇ ਇਹ ਬਹਿਸ ਨਹੀਂ ਹੈ, ਇਹ ਫਜ਼ੂਲ ਦੀਆਂ ਗੱਲਾਂ ਨੇ, ਨਾਮ ਹੀ ਹੋਣਗੀਆਂ ਜ਼ਿੰਦਗੀ ਦੇ ਵਿੱਚ ਤਾਂ ਅਸੀਂ ਬੜੇ ਸੌਖੇ ਰਵਾਂਗੇ। ਸਤਿਗੁਰੂ ਨੇ ਗੱਲ ਕੀਤੀ ਹੈ, ਸਾਨੂੰ ਦਿੱਤੀ ਹੈ ਵਿਚਾਰ ਹੋਣੀ ਚਾਹੀਦੀ ਹੈ। ਮੈਂ ਆਪ ਜੀ ਦੇ ਅੱਗੇ ਪਾਸਾ ਰੱਖ ਕੇ ਤੇ ਸਲੋਕ ਦੀ ਵਿਚਾਰ ਸ਼ੁਰੂ ਕਰਾਂਗਾ। ਸਾਡੇ ਕੋਲ ਜਿਹੜੇ ਸ਼ਬਦ ਨੇ ਨਾ, ਤੇ ਜਿਹੜੇ ਸ਼ਬਦ ਸਾਡੇ ਕੋਲ ਹੋਣੇ ਚਾਹੀਦੇ ਨੇ, ਉਹ ਸ਼ਬਦ ਹੈ ਵਿਚਾਰ। ਇੰਡੀਅਨ ਕਲਚਰ ਦੇ ਵਿੱਚ ਸ਼ਬਦ ਸੀ ਗੋਸ਼ਟੀ। ਗੋਸ਼ਟ ਦਾ ਮਤਲਬ ਹੁੰਦਾ ਵੀ 4-5 ਬੰਦੇ ਬੈਠੇ ਹੋਏ ਨੇ ਤੇ ਕਿਸੇ ਗੱਲ ਦੇ ਉੱਤੇ ਬੜੀ ਸੋਹਣੀ ਵਿਚਾਰ ਹੋ ਰਹੀ ਹੈ। ਹੋ ਸਕਦਾ ਹੈ ਕਿਸੇ ਵੇਲੇ ਤਲਖੀ ਵੀ ਆ ਗਈ ਮਾਹੌਲ ਦੇ ਵਿੱਚ ਵੀ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ, ਪਰ ਫਿਰ ਵੀ ਇੱਕ ਦੂਸਰੇ ਦੀ ਕਦਰ ਕੀਤੀ ਜਾਂਦੀ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਾਮਕਲੀ ਰਾਗ ਦੇ ਵਿੱਚ ਸਿੱਧ ਗੋਸ਼ਟ ਬਾਣੀ ਲਿਖੀ ਹੋਈ ਹੈ, ਤੇ ਉਹਦੇ ਵਿੱਚ ਲਗਭਗ ਜਿਹੜੇ ਸਿੱਧ ਨੇ ਨਾ,
ਉਹ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਡਬਲ ਉਮਰ ਦੇ ਨੇ। ਜੇ ਗੁਰੂ ਨਾਨਕ ਸਾਹਿਬ ਉਸ ਵੇਲੇ 40 ਸਾਲਾਂ ਦੇ ਨੇ ਤੇ ਸਿੱਧ ਉਹ ਨੇ ਜਿਹੜੇ 80 ਸਾਲਾਂ ਦੇ ਨੇ। ਭਾਈ ਗੁਰਦਾਸ ਸਾਹਿਬ ਦਾ ਹਵਾਲਾ ਪੜ੍ਹ ਕੇ ਵੇਖੀਏ ਨਾ, ਤੇ ਭਾਈ ਗੁਰਦਾਸ ਸਾਹਿਬ ਪਤਾ ਕੀ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦੇ ਸੀ, ਸਿੱਧ ਪੁੱਛਣ ਸੁਣ ਬਾਲਿਆ, ਆਪਣਾ ਨਾਮ ਤੁਮ ਦੇਹੋ ਬਤਾਈ। ਵੀ ਇਹ ਬਾਲਕ ਆਪਣਾ ਨਾਮ ਦੱਸ। ਹੁਣ ਤੁਸੀਂ ਵੀ ਸੋਚੋ ਵੀ ਜਿਹੜਾ ਕਿਸੇ ਨੂੰ ਬੱਚਾ ਕਹਿ ਰਿਹਾ ਹੈ ਉਹਦੀ ਉਮਰ ਦੁੱਗਣੀ ਤੇ ਹੋਵੇਗੀ ਨਾ ਘੱਟੋ ਘੱਟ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 35 ਸਾਲ ਤੋਂ ਬਾਅਦ ਉਦਾਸੀਆਂ ਸ਼ੁਰੂ ਕੀਤੀਆਂ ਨੇ। ਹੁਣ ਜੇ ਉਹ ਬਾਲਕ ਕਹਿ ਰਹੇ ਨੇ, ਇਹਦਾ ਮਤਲਬ ਗੁਰੂ ਨਾਨਕ ਸਾਹਿਬ ਮਹਾਰਾਜ ਤੋਂ ਦੁੱਗਣੀ ਉਮਰ ਦੇ ਹੋਏ ਤੇ ਮਹਾਰਾਜ ਦੇ ਨਾਲ ਗੱਲਾਂ ਕਰਦੇ ਕਰਦੇ, ਵਿਚਾਰ ਸਵਾਲ ਕਰਦੇ ਕਰਦੇ ਤੇ ਅੰਤ ਦੇ ਵਿੱਚ ਪਤਾ ਕੀ ਕਹਿ ਜਾਂਦੇ ਨੇ, ਸਿੱਧ ਬੋਲਣ ਸ਼ੁਭ ਬਚਨ ਧਨ ਨਾਨਕ ਤੇਰੀ ਵੱਡੀ ਕਮਾਈ। ਵੀ ਤੇਰੀ ਕਮਾਈ ਬੜੀ ਵੱਡੀ ਹੈ। ਠੀਕ ਹੈ, ਸਾਡੀਆਂ ਉਮਰਾਂ ਵੱਡੀਆਂ ਨੇ, ਤੇਰੀ ਕਮਾਈ ਬੜੀ ਵੱਡੀ ਹੈ। ਹੁਣ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸਿੱਧਾਂ ਦੇ ਨਾਲ ਜਿਹੜੀ ਵਾਰਤਾਲਾਪ ਹੋਈ ਹੈ, ਗੱਲਬਾਤ ਹੋਈ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਰਾਮਕਲੀ ਰਾਗ ਦੇ ਵਿੱਚ ਸਿੱਧ ਗੋਸ਼ਟ ਬਾਣੀ ਦੇ ਸਿਰਲੇਖ ਦੇ ਹੇਠਾਂ ਦਰਜ ਹੈ। ਉਹਦਾ ਹੈਡਿੰਗ ਹੈ ਸਿੱਧ ਗੋਸ਼ਟ, ਮਤਲਬ ਸਿੱਧਾਂ ਦੇ ਨਾਲ ਗੱਲਬਾਤ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਬਾਣੀ ਦੀ ਸਾਰੀ ਵਿਚਾਰ ਕਰਨ ਤੋਂ ਬਾਅਦ ਲਗਭਗ ਜਦੋਂ ਐਂਡ ਦੇ ਉੱਤੇ ਬਾਣੀ ਆ ਜਾਂਦੀ, ਜਿਹਨੂੰ ਆਪਾਂ ਕੰਕਲੂਜਨ ਕਹਿੰਦੇ ਹਾਂ, ਸਿੱਧਾਂ ਨੂੰ ਵੀ ਪਤਾ ਹੈ ਵੀ ਬਾਬੇ ਨੇ ਸਾਡੇ ਸਵਾਲਾਂ ਦੇ ਜਵਾਬ ਦੇ ਦਿੱਤੇ ਨੇ। ਉਹ ਚਾਹੁੰਦੇ ਸੀ ਵੀ ਬਾਬੇ ਨੂੰ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਜੋਗ ਮਤ ਵੱਲ ਲੈ ਆਈਏ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨਹੀਂ ਗਏ। ਸਿੱਧਾਂ ਨੇ ਸਾਰੇ ਸਵਾਲ ਕੀਤੇ, ਬਾਬੇ ਨੇ ਸਾਰੇ ਜਵਾਬ ਦਿੱਤੇ। ਤੇ ਹੁਣ ਜੇ ਭਾਈ ਗੁਰਦਾਸ ਸਾਹਿਬ ਨੂੰ ਪੜ੍ਹ ਕੇ ਵੇਖੀਏ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਵੀ ਬਾਬਾ ਜਿੱਤ ਗਿਆ, ਗੁਰੂ ਨਾਨਕ ਸਾਹਿਬ ਮਹਾਰਾਜ ਜਿੱਤ ਗਏ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਆਪਣੀ ਜਦੋਂ ਇਸ ਗੱਲ ਨੂੰ ਕੋਡ ਕਰਦੇ ਨੇ ਨਾ, ਤੇ ਮਹਾਰਾਜ ਇਹ ਨਹੀਂ ਕਹਿੰਦੇ ਵੀ ਸਿੱਧੋ ਵੀ ਸਾਡੀ ਬਹਿਸ ਹੁਣ ਇੱਥੇ ਖਤਮ ਹੋ ਗਈ ਜੇ ਤੇ ਇਹਦਾ ਰਿਜ਼ਲਟ ਕੀ ਨਿਕਲਿਆ ਵੀ ਆਪਾਂ ਜਿੱਤ ਗਏ, ਵੀ ਮੈਂ ਜਿੱਤ ਗਿਆ ਤੇ ਤੁਸੀਂ ਹਾਰ ਗਏ ਜੇ। ਕਿਉਂਕਿ ਬਹਿਸ ਦਾ ਮਤਲਬ ਵੀ ਕੀ ਹੈ ਵੀ ਇੱਕ ਨੂੰ ਹਰਾਉਣਾ ਤੇ ਦੂਜਾ ਜਿੱਤ ਕੇ ਜਾਵੇ। ਬਹਿਸ ਦਾ ਮਤਲਬ ਇਹ ਰਹਿ ਹੀ ਨਹੀਂ ਗਿਆ ਵੀ ਉਹਦੇ ਵਿੱਚੋਂ ਕੁਝ ਚੰਗੇ ਖਿਆਲ ਵੀ ਨਿਕਲੇ ਵੀ ਕੋਈ ਹਾਰਿਆ ਨਹੀਂ, ਕੋਈ ਜਿੱਤਿਆ ਨਹੀਂ, ਇੱਕ ਨਵਾਂ ਚੰਗਾ ਵਿਚਾਰ ਪੈਦਾ ਹੋਇਆ ਹੈ। ਜਦੋਂ ਬਹਿਸਾਂ ਚੱਲ ਹੀ ਇਸ ਪਾਸੇ ਦੀਆਂ ਰਹੀਆਂ ਨੇ ਵੀ ਤੈਨੂੰ ਹਰਾ ਕੇ ਹੀ ਉੱਠਣਾ ਹੈ, ਤੇ ਫਿਰ ਉਹਦੇ ਵਿੱਚੋਂ ਜੋ ਨਿਕਲੇਗਾ ਤੁਹਾਨੂੰ ਪਤਾ ਹੀ ਹੈ। ਮਹਾਰਾਜ ਕਹਿੰਦੇ ਕਿ ਵੇਖੋ ਸਾਡੀ ਵਿਚਾਰ ਹੋਈ, ਸਾਡੀ ਗੱਲਬਾਤ ਹੋਈ। ਉੱਥੇ ਪੰਕਤੀ ਹੈ, ਸ਼ਬਦੈ ਕਾ ਨਿਬੇੜਾ ਸੁਣ ਤੂੰ ਔਦੂ ਬਿਨ ਨਾਮੈ ਜੋਗ ਨਾ ਹੋਈ। ਨਿਬੇੜਾ ਸੁਣ ਇਸ ਗੱਲ ਦਾ, ਇਸ ਗੱਲ ਦਾ ਕੰਕਲੂਜਨ ਸੁਣ। ਇਹ ਨਹੀਂ ਆ ਵੀ ਮੈਂ ਜਿੱਤਿਆ ਕਿ ਤੁਸੀਂ ਹਾਰ ਗਏ ਜੇ, ਜਾਂ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਨੇ ਕਿ ਮੈਂ ਚੰਗੀਆਂ ਗੱਲਾਂ ਕੀਤੀਆਂ ਨੇ। ਉਹ ਭਾਈ ਜਿੰਨੀਆਂ ਸਾਡੀਆਂ ਗੱਲਾਂ ਹੋਈਆਂ ਨੇ ਉਹਨਾਂ ਦੇ ਵਿੱਚ ਗੱਲ ਮੇਨ ਇਹ ਹੈ ਵੀ ਮੇਰੀ ਇਸ ਗੱਲ ਨੂੰ ਸਮਝ ਲਵੋ ਵੀ ਭਾਈ ਜਿਹੜਾ ਨਾਮ ਹੈ ਉਹਦੇ ਤੋਂ ਬਿਨਾਂ ਰੱਬ ਦੇ ਨਾਲ ਮਿਲਾਪ ਹੋ ਹੀ ਨਹੀਂ ਸਕਦਾ। ਮਹਾਰਾਜ ਨੇ ਕਿਹਾ ਹੀ ਨਹੀਂ ਵੀ ਮੈਂ ਜਿੱਤ ਗਿਆ ਜਾਂ ਤੁਸੀਂ ਹਾਰ ਗਏ। ਜਿਹੜਾ ਬੰਦਾ ਸਮਝਦਾਰ ਹੈ ਨਾ, ਉਹ ਨਾ ਤੇ ਇਸ ਪਾਸੇ ਤੋਂ ਕਦੀ ਤੁਰਦਾ ਹੈ ਵੀ ਮੈਂ ਬਹਿਸ ਕਰਕੇ ਹਰਾਉਣਾ ਹੈ। ਪਰ ਮੈਂ ਫਿਰ ਕਹਿ ਦੇਵਾਂ, ਤੁਹਾਡੇ ਲਾਗੇ ਰਾਜਨੀਤਿਕ ਜ਼ਿੰਦਗੀ ਜੀਣ ਵਾਲੇ, ਤੁਹਾਡੇ ਲਾਗੇ ਧਾਰਮਿਕ ਜ਼ਿੰਦਗੀ ਜੀਣ ਵਾਲੇ, ਸਮਝ ਲਓ ਵੀ ਮੂੰਹ ਦੇ ਵਿੱਚ ਜ਼ਹਿਰ ਲਈ ਫਿਰਦੇ ਨੇ। ਪਤਾ ਨਹੀਂ ਕਿੱਦਣ ਤੁਹਾਡੇ ਕੰਨਾਂ ਦੇ ਵਿੱਚ ਪਾ ਦੇਣ ਤੇ ਤੁਹਾਡੇ ਲਾਗੇ ਪਿਆ ਹੋਇਆ ਜਿਹੜਾ ਗੁਆਂਢੀ ਹੈ ਉਹੀ ਤੁਹਾਡਾ ਬੁਰਾ ਬਣ ਜਾਵੇ, ਉਹੀ ਤੁਹਾਨੂੰ ਬੁਰਾ ਲੱਗਣ ਲੱਗ ਪਵੇ। ਇਹ ਕੋਈ ਛੋਟੀਆਂ ਮੋਟੀਆਂ ਗੱਲਾਂ ਨਹੀਂ ਨੇ, ਲੋਕਾਂ ਨੇ ਸੰਤਾਪ ਝੱਲੇ ਨੇ ਇਹਨਾਂ ਚੀਜ਼ਾਂ ਦੇ। ਜੇ ਅਸੀਂ ਇਹ ਤਾਂ ਬਹੁਤ ਹੀ ਦੂਰ ਦਾ ਟਾਈਮ ਨਹੀਂ ਆ, ਤੁਹਾਡੇ ਵਿੱਚੋਂ ਬਹੁਤੇ ਬੈਠੇ ਵੀ ਹੋਣਗੇ ਔਰ ਜਿਨ੍ਹਾਂ ਨੇ 84 ਵੇਖੀ ਹੈ, ਔਰ ਖਾਸ ਕਰਕੇ ਇਸ ਸ਼ਹਿਰ ਦੇ ਵਿੱਚ ਬੱਚਿਆਂ ਦੇ ਜਦੋਂ ਹਵਾਲੇ ਪੜ੍ਹਦੇ ਆ ਨਾ, ਬੱਚਿਆਂ ਦੇ, ਵੱਡਿਆਂ ਦੀ ਚਲੋ ਗੱਲ ਹੀ ਬੜੀ ਦੂਰ ਦੀ। ਜਿਹੜੇ ਬੱਚੇ ਉਹਨਾਂ ਦਿਨਾਂ 'ਚ ਕਾਲਜ ਜਾਂਦੇ ਹੁੰਦੇ ਸੀ, ਉਹ ਕਹਿੰਦੇ ਸੀ ਸਾਨੂੰ ਇੱਦਾਂ ਟਰੀਟ ਕੀਤਾ ਜਾਂਦਾ ਸੀ ਵੀ ਜਿੱਦਾਂ ਵਾਕਿਆ ਇਸ ਦੇਸ਼ 'ਚ ਰਹਿੰਦੇ ਵੀ ਸੀ, ਦੇਸ਼ 'ਚ ਨਹੀਂ ਰਹਿੰਦੇ। ਇਹ ਕਿੰਨਾ ਨੇ ਜ਼ਹਿਰ ਪਾਤਾ ਸੀ ਲੋਕਾਂ ਦੇ ਮਨਾਂ ਦੇ ਵਿੱਚ। ਔਰ ਤੁਸੀਂ ਇਹ ਤਾਂ ਗੱਲਾਂ ਬੜੀਆਂ ਦੂਰ ਦੀਆਂ ਨੇ, ਚਲੋ ਬਹੁਤਿਆਂ ਨੂੰ ਇੰਝ ਲੱਗਦਾ ਵੀ ਇਹ ਕਿਉਂ ਸ਼ੁਰੂ ਕਰ ਲਿਆ। 47 ਦੇ ਵੇਲੇ ਜਦੋਂ ਵੰਡ ਹੋਈ ਹੈ, ਲੋਕਾਂ ਨੂੰ ਮਾਰਨ ਵਾਲੇ ਕੌਣ ਸੀ? ਲੋਕ ਹੀ ਮਾਰਦੇ ਸੀ। ਇੱਧਰੋਂ ਜਿੰਨੇ ਮੁਸਲਮਾਨ ਗਏ ਉਹਨਾਂ ਦੇ ਵਿੱਚੋਂ ਕਈਆਂ ਦੀ ਤੇ ਹਾਲ ਇੱਦਾਂ ਦੀ ਵੀ ਇੱਥੋਂ ਤੁਰ ਪਏ, ਗਾਂ ਪਹੁੰਚ ਹੀ ਨਹੀਂ ਸਕੇ। ਉੱਧਰੋਂ ਕਿੰਨੇ ਹਿੰਦੂ ਤੇ ਸਿੱਖ ਇੱਦਾਂ ਦੇ ਆਏ ਜਿਹੜੇ ਪਹੁੰਚ ਹੀ ਨਹੀਂ ਸਕੇ। ਜੋ ਇੱਦਾਂ ਦੀਆਂ ਕਿਤਾਬਾਂ ਹੁਣ ਸਾਹਮਣੇ ਆ ਰਹੀਆਂ ਨੇ ਤੇ ਬੰਦਾ ਪੜ੍ਹਦਿਆਂ ਰੋਣ ਲੱਗ ਪੈਂਦਾ ਹੈ। ਗੱਲਾਂ ਤੇ ਬੜੀਆਂ ਦੂਰ ਦੀਆਂ ਨੇ, ਪਰ ਕਿਹੜੀ ਚੀਜ਼ ਸੀ ਜਿਹਨੇ ਏਡਾ ਵੱਡਾ ਜ਼ਹਿਰ ਲੋਕਾਂ ਦੇ ਦਿਮਾਗ ਦੇ ਵਿੱਚ ਪਾ ਦਿੱਤਾ ਹੈ? ਉਹ ਸਿਰਫ ਬਹਿਸਾਂ ਇਸ ਜ਼ਹਿਰ ਨੂੰ ਜਨਮ ਦਿੰਦੀਆਂ ਨੇ, ਹੋਰ ਕੁਝ ਨਹੀਂ ਹੁੰਦਾ। ਬਹਿਸ ਇੱਦਾਂ ਸਿਖਾ ਦਿੰਦੀ ਹੈ ਸਾਨੂੰ ਵੀ ਬਸ ਤੁਸੀਂ ਸੁਣਨੀ ਨਹੀਂ ਹੈ, ਉੱਚੀ ਉੱਚੀ ਬੋਲੋ ਤੇ ਆਪਣਾ ਪਾਸਾ ਸਹੀ ਕਰ ਦਿਓ। ਮਹਾਰਾਜ ਜੀ ਨੇ ਉਸ ਚੀਜ਼ ਦੇ ਵੱਲ ਸਾਡਾ ਧਿਆਨ ਦਿਵਾਇਆ। ਤੇ ਮੈਂ ਕਹਿ ਦੇਵਾਂ, ਭਾਵੇਂ ਕੋਈ ਪੰਡਤ ਹੈ ਤੇ ਭਾਵੇਂ ਕੋਈ ਰਾਜਨੀਤਿਕ ਬੰਦਾ ਹੈ ਤੇ ਭਾਵੇਂ ਸਾਡੇ ਵਰਗਾ ਬੋਲਣ ਵਾਲਾ ਹੈ, ਤੇ ਅੱਜ ਕੱਲ੍ਹ ਕੁਝ ਉਹ ਬੰਦੇ ਆਏ ਨੇ ਜਿਨ੍ਹਾਂ ਦਾ ਕੰਮ ਸਿਰਫ ਹੈ ਵੀ YouTube ਦਾ ਪਲੇਟਫਾਰਮ ਹੈ ਜਿਨ੍ਹਾਂ ਦੇ ਕੋਲ, ਇੱਦਾਂ ਕੋਈ ਸਟੇਜ ਨਹੀਂ ਉਹਨਾਂ ਦੇ ਕੋਲ। ਕਿਸੇ ਨੂੰ ਆਪਣੇ ਕਮਰੇ ਦੇ ਸਟੂਡੀਓ ਦੇ ਵਿੱਚ ਬੈਠੇ ਨੇ, ਸਟੂਡੀਓ ਦੇ ਵਿੱਚ ਬੈਠਿਆਂ ਉਹਨਾਂ ਨੇ ਬੋਲੀ ਜਾਣਾ।
ਔਰ ਕੁਝ ਤੇ ਫਿਰ ਮੈਂ ਕਹਿ ਦੇਵਾਂ ਵੀ ਇਹਨਾਂ ਦਾ ਕੰਮ ਹੀ ਇਹ ਨੇ ਵੀ ਆਪਾਂ ਲੜਾਈਆਂ ਕਰਾਉਣੀਆਂ ਨੇ, ਕੁਝ ਫਾਇਦਾ ਮਿਲਦਾ ਹੈ ਉਹਨਾਂ ਨੂੰ ਕੋਈ ਇੱਦਾਂ ਦੇ ਪਲੇਟਫਾਰਮ ਵੰਡੇ ਹੋਏ ਨੇ ਤੇ ਉਹ ਜੇ ਸੁਣਨ ਵਾਲੇ ਨੇ ਜਿਨ੍ਹਾਂ ਨੇ ਸੁਣ ਕੇ ਤੇ ਬਸ ਉਸੇ ਚੀਜ਼ ਨੂੰ ਮੰਨੀ ਜਾਣਾ ਵੀ ਹਾਂ ਇਹੋ ਹੀ ਬੰਦਾ ਸੱਚ ਕਹਿ ਰਿਹਾ ਹੋਵੇਗਾ। ਮਹਾਰਾਜ ਕੀ ਕਹਿੰਦੇ ਨੇ, ਪੜ੍ਹ ਪੁਸਤਕ ਸੰਧਿਆ ਬਾਦਮ। ਉਹ ਭਾਈ ਜਿਹੜਾ ਪੰਡਿਤ ਹੈ ਨਾ ਪੜ੍ਹਦਾ ਵੀ ਹੈ। ਹੁਣ ਇੱਥੇ ਇੱਕ ਪੰਡਿਤ ਨੂੰ ਛੱਡ ਦੋ ਵੀ ਉਹ ਦੂਜੇ ਮੰਦਰ ਵਾਲੇ ਪੰਡਿਤ ਦੀ ਗੱਲ ਹੈ, ਆ ਜਿੰਨੇ ਸਾਡੇ ਆਪਣੇ ਆਪ ਨੂੰ ਗਿਆਨੀ ਮੰਨਦੇ ਨੇ ਸਾਡੇ ਵਰਗੇ ਸਾਰੇ, ਪੜ੍ਹ ਪੁਸਤਕ ਸੰਧਿਆ ਬਾਦਮ। ਭਾਈ ਪੁਸਤਕਾਂ ਵੀ ਪੜ੍ਹਦਾ ਹੈ, ਸੰਧਿਆ ਵੀ ਕਰਦਾ ਹੈ। ਵੈਸੇ ਤਿੰਨ ਟਾਈਮ ਦੀ ਸੰਧਿਆ ਹਿੰਦੂ ਮਤ ਦੇ ਵਿੱਚ ਹੈ, ਇੱਕ ਸਵੇਰ ਵੇਲੇ ਦੀ, ਦੁਪਹਿਰ ਵੇਲੇ ਦੀ ਤੇ ਰਾਤ ਵੇਲੇ ਦੀ। ਮਤਲਬ ਉਸ ਵੇਲੇ ਗਾਇਤਰੀ ਮੰਤਰ ਦਾ ਜਾਪ ਵੀ ਕਰਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਵੀ ਇੰਨਾ ਰੱਬ ਦਾ ਨਾਮ ਲੈਣ ਵਾਲਾ ਹੈ, ਪਰ ਕਰਦਾ ਕੀ ਹੈ, ਵਾਦ ਵੀ ਬੜੇ ਕਰਦਾ ਹੈ। ਵਾਦ ਝਗੜੇ ਬਹਿਸ ਦਾ ਵੀ ਬੜਿਆਂ ਦੇ ਨਾਲ। ਪੜ੍ਹ ਪੁਸਤਕ ਸੰਧਿਆ ਬਾਦੰ, ਪੁਸਤਕਾਂ ਵੀ ਪੜ੍ਹੀ ਜਾਂਦਾ ਹੈ, ਧਾਰਮਿਕ ਗ੍ਰੰਥ ਪੜ੍ਹੀ ਵੀ ਜਾਂਦਾ ਹੈ, ਲੋਕਾਂ ਦੀਆਂ ਗੱਲਾਂ ਪੜ੍ਹੀ ਵੀ ਜਾਂਦਾ ਹੈ। ਬਹਿਸਾਂ ਫੇਰ ਨਹੀਂ ਕਰਨ ਨੂੰ ਹਟਦਾ ਲੋਕਾਂ ਦੇ ਨਾਲ, ਬਹਿਸ ਦਾ ਵੀ ਬਹੁਤ ਹੈ ਲੋਕਾਂ ਦੇ ਨਾਲ। ਔਰ ਆਪ ਜੀ ਦੇ ਅੱਗੇ ਮੈਂ ਬੇਨਤੀ ਕਰ ਦੇਵਾਂ, ਸਾਡੀ ਪੜ੍ਹਾਈ ਦੇ ਬਾਰੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਖਿਆਲ ਪੁੱਛਣੇ ਹੋਣ, ਠੀਕ ਹੈ ਡਿਗਰੀਆਂ ਸਾਡੀਆਂ ਸਾਡੇ ਦਫ਼ਤਰਾਂ 'ਚ ਕੰਮ ਆ ਜਾਂਦੀਆਂ ਨੇ, ਚਾਰ ਲੋਕਾਂ ਦੇ ਵਿੱਚ ਗੱਲ ਕਰਨ ਦਾ ਸਾਨੂੰ ਤਰੀਕਾ ਆ ਜਾਂਦਾ ਹੈ। ਇਹਦੇ ਤੋਂ ਬਾਅਦ ਡਿਗਰੀ ਕੁਝ ਵੀ ਨਹੀਂ ਹੈ, ਕੁਝ ਵੀ ਨਹੀਂ ਹੈ। ਮਤਾਂ ਕਿਤੇ ਮੇਰੇ ਵਰਗਾ ਸੋਚ ਕੇ ਬੈਠੇ, ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਅਸੀਂ ਜੋ ਵੀ ਡਿਗਰੀ ਕੀਤੀ ਹੋਵੇਗੀ ਨਾ, ਜਿੱਦਣ ਸਾਨੂੰ ਡਿਗਰੀ ਮਿਲਦੀ ਹੈ ਨਾ, ਸਾਡੇ ਘਰ ਆਉਂਦੀ ਹੈ, ਬੜਾ ਚਾਅ ਚੜ੍ਹਦਾ ਵੀ ਆਹ ਡਿਗਰੀ ਮੇਰੇ ਘਰ ਦੇ ਵਿੱਚ ਆ ਗਈ ਹੈ। ਬਾਅਦ ਦੇ ਵਿੱਚ ਡਿਗਰੀ ਪਤਾ ਹੀ ਨਹੀਂ ਕਿੱਥੇ ਪਈ ਰਹਿੰਦੀ, ਅਸੀਂ ਵੇਖੀ ਵੀ ਨਹੀਂ ਹੁੰਦੀ। ਜਿਨ੍ਹਾਂ ਨੂੰ 2-2 4-4 ਸਾਲ ਹੋ ਗਏ, 5-5 ਸਾਲ ਹੋ ਗਏ ਡਿਗਰੀਆਂ ਮਿਲੀਆਂ ਨੂੰ, ਪਤਾ ਨਹੀਂ ਕਿੱਥੇ ਬੰਦ ਕਰਕੇ ਰੱਖੀਆਂ ਨੇ। ਕੀ ਹੈ ਡਿਗਰੀ? ਸਿਰਫ ਇੱਕ ਕਾਗਜ਼ ਹੈ ਸਾਡੇ ਲਈ, ਇਹਦੇ ਤੋਂ ਵੱਧ ਕੁਝ ਵੀ ਨਹੀਂ ਰਹਿ ਗਿਆ। ਠੀਕ ਹੈ ਸਟੇਟਸ ਬਣ ਜਾਂਦਾ ਹੈ, ਮੈਂ ਇਸ ਗੱਲ ਨੂੰ ਕਦੀ ਨਹੀਂ ਪਰੇ ਕਰਦਾ, ਪਰ ਮੈਂ ਆਪ ਜੀ ਦੇ ਅੱਗੇ ਇਹ ਰੱਖ ਦੇਵਾਂ, ਮਹਾਰਾਜ ਕਹਿੰਦੇ ਅਸੀਂ ਪਤਾ ਪੜ੍ਹਾਈ ਕਿਉਂ ਕਰਦੇ ਹਾਂ? ਸੁਣ ਗੰਢਣ ਗੰਢੀਐ, ਲਿਖ ਪੜ੍ਹ ਬੁੱਝਹਿ ਭਾਰ। ਸਾਡੀ ਪੜ੍ਹਾਈ ਸਿਰਫ ਇੱਦਾਂ ਹੈ ਵੀ 4 ਗੱਲਾਂ ਤੁਹਾਡੇ ਕੋਲੋਂ ਸੁਣ ਲਈਆਂ, 4 ਗੱਲਾਂ ਮੈਂ 4 ਕਿਤਾਬਾਂ 'ਚੋਂ ਪੜ੍ਹ ਲਈਆਂ ਨੇ, ਤੇ ਬਸ ਹੁਣ ਕੀ ਕਰਦਾ ਪਿਆ ਹਾਂ, ਮੈਨੂੰ ਮਾਫ਼ ਕਰਿਓ, ਜਿਹੜਾ ਕੱਪੜਾ ਹੁੰਦਾ ਨਾ ਉਹਨੂੰ ਗੰਢਿਆ ਜਾਂਦਾ ਹੈ, ਸੀਤਾ ਜਾਂਦਾ, ਜਿੱਦਾਂ ਆਪਾਂ ਪੰਜਾਬੀ 'ਚ ਇਹ ਕਹਿੰਦੇ ਹਾਂ। ਗੰਢੇ ਤੇ ਵੈਸੇ ਜੋੜੇ ਜਾਂਦੇ ਨੇ। ਉਹਦੇ ਵਿੱਚ ਕੀ ਹੁੰਦਾ ਵੀ ਬਾਂਹ ਜਦੋਂ ਕੱਟਿਆ ਜਾਂਦਾ ਸੂਟ ਨੂੰ, ਤੁਹਾਨੂੰ ਵੀ ਪਤਾ ਸਾਰਿਆਂ ਨੂੰ, ਬਾਂਹ ਅਲੱਗ ਹੋ ਗਈ, ਜਿਹੜਾ ਸ਼ਰਟ ਦਾ ਇੱਕ ਪਾਸਾ ਉਹ ਅਲੱਗ ਹੋ ਗਿਆ, ਪਿਛਲਾ ਪਾਸਾ ਅਲੱਗ ਹੋ ਗਿਆ, ਕਾਲਰ ਅਲੱਗ ਹੋ ਗਈ। ਉਹ ਕੀ ਹੈ, ਇੱਦਾਂ ਵੀ ਸਾਰੇ ਪਾਰਟਸ ਜਿਹੜੇ ਨੇ ਉਹ ਵੱਖਰੇ ਵੱਖਰੇ ਖਿਲਰੇ ਪਏ ਨੇ। ਫਿਰ ਦਰਜੀ ਕੀ ਕਰਦਾ, ਉਹਨਾਂ ਸਾਰਿਆਂ ਨੂੰ ਇਕੱਠੇ ਕਰ ਦਿੰਦਾ ਹੈ। ਮਹਾਰਾਜ ਕਹਿੰਦੇ ਅਸੀਂ ਇੱਦਾਂ ਹੀ ਕਰਦੇ ਪਏ ਹਾਂ, ਸਾਡੀ ਪੜ੍ਹਾਈ ਇਹੋ ਕੁਝ ਹੀ ਕਰਦੀ ਪਈ ਹੈ, ਸਾਡਾ ਆਪਣਾ ਕੁਝ ਵੀ ਨਹੀਂ ਹੈ। ਕਿਹੜੀ ਮੈਂ ਪੜ੍ਹਾਈ ਨਵੀਂ ਲੈ ਕੇ ਆਇਆ ਦੁਨੀਆ ਦੇ ਉੱਤੇ? ਸੁਣ ਗੰਢਣ ਗੰਢੀ ਹੈ। ਬਸ ਮੈਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਗਾਂਢੇ ਗੰਢੀ ਜਾ ਰਿਹਾ ਵੀ ਆ ਉਹਦੀ ਗੱਲ ਸੀ, ਉਹ ਮੇਰੇ ਕੋਲ ਆ ਗਈ ਹੈ, ਆ ਦੂਜੇ ਦੀ ਗੱਲ ਹੈ, ਇਹ ਮੇਰੇ ਕੋਲ ਆ ਗਈ ਹੈ। ਤੇ ਕੀ ਹੋ ਗਿਆ ਹੈ, ਲਿਖ ਪੜ੍ਹ ਬੁੱਝਹਿ ਭਾਰ। ਬਸ ਮੈਂ ਇਹਨਾਂ ਹੀ ਗੱਲਾਂ ਨੂੰ ਲਿਖ ਕੇ, ਇਹਨਾਂ ਹੀ ਗੱਲਾਂ ਨੂੰ ਪੜ੍ਹ ਕੇ, ਤੇ ਮਹਾਰਾਜ ਕਹਿੰਦੇ ਬਸ ਭਾਰ ਚੁੱਕਿਆ ਹੋਇਆ ਹੈ ਸਿਰ ਦੇ ਉੱਤੇ। ਸਾਨੂੰ ਸਿਰਫ ਸਾਡੇ ਉੱਤੇ ਕਿਤਾਬਾਂ ਦੀਆਂ ਪੰਡਾਂ ਹੀ ਨੇ, ਬਹੁਤਾ ਫਾਇਦਾ ਤੇ ਇਹਨਾਂ ਦਾ ਹੋ ਨਹੀਂ ਰਿਹਾ। ਧਾਰਮਿਕ ਜ਼ਿੰਦਗੀ ਵਾਲਿਆਂ ਦਾ ਤੇ ਜ਼ਿਆਦਾ ਨਹੀਂ ਹੋ ਰਿਹਾ, ਬਾਕੀਆਂ ਨੇ ਵੀ ਬੈਠਣਾ ਹੀ ਸਿੱਖਿਆ ਹੈ, ਉਹ ਵੱਖਰੀ ਗੱਲ ਹੈ, ਅਸੀਂ ਨਹੀਂ ਅਜੇ ਇਸ ਪਾਸੇ ਵੱਲ ਧਿਆਨ ਦਿੰਦੇ। ਸੁਣ ਗੰਢਣ ਗੰਢੀ ਹੈ, ਲਿਖ ਪੜ੍ਹ ਬੁੱਝਹਿ ਭਾਰ। ਸਿਰਫ ਸਿਰ ਦੇ ਉੱਤੇ ਭਾਰ ਵੱਧਦਾ ਪਿਆ ਹੈ। ਹਜ਼ੂਰ ਕਹਿੰਦੇ ਨੇ ਕਿ ਇੱਦਾਂ ਦੀ ਹਾਲਤ ਹੋ ਗਈ ਹੈ ਵੀ ਹੰਕਾਰ ਵੱਧ ਗਿਆ ਹੈ, ਸਾਡੇ ਅੰਦਰ ਕ੍ਰੋਧ ਵੱਧ ਗਿਆ, ਗੁੱਸਾ ਜ਼ਿਆਦਾ ਵੱਧ ਗਿਆ। ਕਿਉਂ ਵੱਧ ਗਿਆ ਹੈ? ਮੈਂ ਝੁਕਾਂ ਕਿਉਂ? ਮੈਨੂੰ ਇੰਨਾ ਆਉਂਦਾ, ਮੈਨੂੰ ਇੰਨਾ ਪਤਾ, ਮੈਂ ਕਿਉਂ ਝੁਕ ਜਾਵਾਂ? ਅਜੇ ਕੱਲ੍ਹ ਹੀ ਅਸੀਂ ਪੜ੍ਹ ਕੇ ਹਟੇ ਹਾਂ, ਮਹਾਰਾਜ ਕਹਿੰਦੇ ਨਿਵੈ ਸੋ ਗੌਰਾ ਹੋਏ। ਪਰ ਗੁਰੂ ਸਾਹਿਬ ਕਹਿੰਦੇ ਇੱਧਰ ਇਹੋ ਜਿਹੇ ਬੰਦੇ ਵੀ ਤੁਹਾਨੂੰ ਸੁਸਾਇਟੀ ਦੇ ਵਿੱਚ ਬੜੇ ਮਿਲ ਜਾਣਗੇ, ਜਿਨ੍ਹਾਂ ਦਾ ਕੰਮ ਸਿਰਫ ਬੈਸਣਾ ਹੈ। ਔਰ ਮੈਂ ਫਿਰ ਕਹਿ ਦੇਵਾਂ, ਤੁਸੀਂ ਤੇ ਸ਼ਾਇਦ ਇਸ ਚੀਜ਼ ਦੇ ਵੱਲ ਧਿਆਨ ਨਾ ਦਿੰਦੇ ਹੋਵੋਗੇ, ਸਾਡੀ ਲਾਈਨ ਹੀ ਇੱਦਾਂ ਦੀ ਹੈ। ਅਸੀਂ ਜਦੋਂ ਲੋਕਾਂ ਦੇ ਹਾਲ ਵੇਖਦੇ ਹਾਂ ਨਾ, ਮੈਨੂੰ ਮਾਫ਼ ਕਰਿਓ, ਫਜ਼ੂਲ ਦੀਆਂ ਗੱਲਾਂ ਤੋਂ ਬਹਿਸਦੇ ਨੇ, ਫਜ਼ੂਲ ਦੀਆਂ ਗੱਲਾਂ ਤੋਂ। ਔਰ ਕੀ ਕਰਨਗੇ, 1 ਘੰਟਾ ਬਹਿਸ ਲਿਆ, 2 ਘੰਟੇ ਬਹਿਸ ਲਿਆ, ਰਿਜ਼ਲਟ ਪੁੱਛੋ ਕੀ ਨਿਕਲਿਆ? ਕੁਝ ਵੀ ਨਹੀਂ। ਬਸ ਆਪਣਾ ਇੱਕ ਈਗੋ ਸ਼ਾਂਤ ਕਰ ਲਈ ਹੈ, ਉਹ ਸ਼ਾਂਤ ਕਰ ਲਈ ਹੈ ਵੀ ਹਾਂ ਮੈਂ ਹੁਣ ਠੀਕ ਹਾਂ, ਵੀ ਮੈਂ ਅਗਲੇ ਨੂੰ ਗੱਲ ਮਨਾ ਲਈ। ਤੇ ਉਹਨਾਂ ਦੇ ਵਿੱਚ ਇੱਦਾਂ ਹੁੰਦਾ ਵੀ ਸਿਆਣਾ ਭੱਜ ਕੇ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ। ਇਹ ਗੱਲ ਹੋ ਜਾਂਦੀ ਨਾ ਪੰਜਾਬੀ ਦੇ ਵਿੱਚ, ਵੀ ਸਿਆਣੇ ਬੰਦੇ ਕਹਿੰਦੇ ਵੀ ਛੱਡੋ ਪਰਾਂ, ਕਿਉਂ ਬਹਿਸਣਾ ਇਹਨਾਂ ਦੇ ਨਾਲ। ਤੇ ਮੂਰਖਾਂ ਨੂੰ ਪਤਾ ਕੀ ਲੱਗਦਾ ਵੀ ਇਹ ਤਾਂ ਸਾਡੇ ਤੋਂ ਡਰ ਕੇ ਬਹਿ ਗਏ ਨੇ। ਅਸਲ ਦੇ ਵਿੱਚ ਮਹਾਰਾਜ ਨੇ ਸਾਨੂੰ ਬੜਾ ਸੌਖਾ ਸਪਸ਼ਟ ਕੀਤਾ ਹੈ ਵੀ ਚੰਗਾ ਮਿਲੇਗਾ ਤੇ ਵਿਚਾਰ ਕਰ ਲਿਓ। ਸੰਤ ਮਿਲੇ ਕਿਛ ਸੁਣੀਏ ਕਹੀਏ। ਚੰਗਾ ਮਿਲਦਾ ਤਾਂ ਉਹਦੇ ਨਾਲ ਬਹਿ ਕੇ ਗੱਲਾਂ ਕਰੋ, ਮਿਲੇ ਅਸੰਤ
ਮਸਟ ਕਰ ਰਹੀ ਹੈ। ਜੇ ਬੇਵਕੂਫ ਮਿਲ ਗਿਆ ਹੈ, ਜੇ ਕੋਈ ਬਹੁਤਾ ਮਤਲਬ ਇਦਾਂ ਕਹਿ ਲਈ ਵੀ ਦਿਮਾਗੋਂ ਪੈਦਲ ਬੰਦਾ ਮਿਲ ਗਿਆ ਹੈ, ਬਾਬਾ ਕਬੀਰ ਕਹਿੰਦੇ ਆਪਣਾ ਬਚਾਅ ਕਰਨਾ ਜਦੋਂ ਚੁੱਪ ਕਰਕੇ ਪਰੇ ਹੋ ਜਾਓ। ਕਿਹਨੂੰ ਤੁਸੀਂ ਮਨਾਓਗੇ? ਉਹਨੇ ਤਾਂ ਮੰਨਣ ਵਾਲੇ ਪਾਸੇ ਆਉਣਾ ਹੀ ਨਹੀਂ। ਇਸ ਕਰਕੇ ਇਹ ਸ਼ਬਦ ਜਦੋਂ ਬਹਿਸ ਸੁਣਦੇ ਹਾਂ, ਮੈਂ ਫਿਰ ਕਹਿ ਕੇ ਤੇ ਅਗਲੀ ਗੱਲ ਕਰਾਂਗਾ, ਜਿਹੜੇ ਬੰਦੇ ਧਾਰਮਿਕ ਜ਼ਿੰਦਗੀ ਜੀਂਦੇ ਨੇ ਜਾਂ ਅਸੀਂ ਆਮ ਸੁਸਾਇਟੀ ਵਾਲੀ ਜ਼ਿੰਦਗੀ ਜੀਂਦੇ ਹਾਂ, ਜਿਹੜਾ ਵੀ ਬੰਦਾ ਸਾਡੇ ਕੰਨਾਂ ਦੇ ਵਿੱਚ, ਤੁਹਾਡੇ ਕੰਨਾਂ ਦੇ ਵਿੱਚ ਇਸ ਗੱਲ ਨੂੰ ਪਾ ਰਿਹਾ ਹੈ ਨਾ ਵੀ ਉਹ ਬੰਦਾ ਠੀਕ ਨਹੀਂ ਤੇ ਆਹ ਬੰਦਾ ਠੀਕ, ਉਹ ਮਜ਼ਹਬ ਦੇ ਬੰਦੇ ਠੀਕ ਨਹੀਂ ਤੇ ਆਹ ਮਜ਼ਹਬ ਦੇ ਬੰਦੇ ਠੀਕ, ਇਹਨਾਂ ਚੀਜ਼ਾਂ ਤੋਂ ਆਪਣੇ ਕੰਨਾਂ ਨੂੰ ਬਚਾ ਲਿਓ, ਨਹੀਂ ਤਾਂ ਸਾਨੂੰ ਪਤਾ ਨਹੀਂ ਲੱਗੇਗਾ ਕਿ ਵੀ ਕਿੱਦਣ ਸਾਨੂੰ ਉਹਨਾਂ ਕੰਨਾਂ ਤੋਂ ਬਿਮਾਰੀ ਸਾਡੇ ਦਿਲ ਦੇ ਵਿੱਚ ਪਹੁੰਚ ਗਈ ਤਾਂ ਸਾਨੂੰ ਵੇਖਦੇ ਹੀ ਉਹ ਬੰਦੇ ਚੰਗੇ ਨਹੀਂ ਲੱਗਦੇ। ਮਹਾਰਾਜ ਕਹਿੰਦੇ ਇਹੋ ਜਿਹੇ ਬੰਦੇ ਪੁਸਤਕਾਂ ਵੀ ਬਹੁਤ ਪੜ੍ਹਦੇ ਨੇ, ਪਾਠ ਵੀ ਬਹੁਤ ਕਰਦੇ ਨੇ, ਪਰ ਕਰਦੇ ਕੀ ਨੇ? ਬਾਦਮ, ਬਹਿਸ ਕਰਦੇ ਨੇ ਬਸ ਲੋਕਾਂ ਦੇ ਨਾਲ। ਪੜ੍ਹ ਪੁਸਤਕ ਸੰਧਿਆ ਬਾਦਮ ਸਿਲ ਪੂਜਸ। ਸਿਲ ਦਾ ਅਰਥ ਹੁੰਦਾ ਹੈ ਪੱਥਰ, ਸਿਲ ਨੂੰ ਪੂਜਣਾ। ਤੁਸੀਂ ਮੰਦਿਰ ਦੇ ਵਿੱਚ ਜਾਓਗੇ ਤੇ ਉਹਦੇ ਵਿੱਚ ਗੱਲ ਕੀ ਹੈ? ਜ਼ਿਆਦਾ ਮੂਰਤੀ ਕਿੰਨਾਂ ਚੀਜ਼ਾਂ ਦੀ ਬਣੀ ਹੋਈ ਹੈ? ਪੱਥਰ ਦੀ ਮੂਰਤੀ ਬਣੀ ਹੋਈ ਹੈ। ਸਿਲ ਹੁੰਦੀ ਹੈ ਪੱਥਰ। ਸਿਲ ਪੂਜਸ, ਸਿਲ ਨੂੰ ਵੀ ਪੂਜਦਾ ਹੈ। ਇੱਥੇ ਸਪੈਸ਼ਲ ਮੈਂ ਫਿਰ ਕਹਿ ਦੇਵਾਂ ਵੀ ਗੱਲ ਪੰਡਿਤ ਦੀ ਕੀਤੀ ਗਈ ਹੈ, ਵੀ ਜਿਹਨੇ ਪਹਿਰਾਵਾ ਧਾਰਮਿਕ ਪਾਇਆ ਹੋਇਆ ਹੈ ਪਰ ਅੰਦਰੋਂ ਉਹ ਪਖੰਡੀ ਕਰਦਾ ਪਿਆ ਹੈ। ਸਾਰੇ ਇਦਾਂ ਦੇ ਨਹੀਂ ਹੁੰਦੇ, ਪਰ ਮੈਜੋਰਿਟੀ ਤੇ ਇਦਾਂ ਦੀ ਹੈ। ਸਾਡੇ ਵਰਗਿਆਂ ਨੇ ਵੀ ਡਿਗਰੀਆਂ ਦੇ ਕਿੱਡੇ ਢੇਰ ਪਾਏ ਹੋਏ ਨੇ, ਪਰ ਜਦੋਂ ਕਿਸੇ ਨਾਲ ਬਹਿਸਦੀਆਂ ਸਾਡਾ ਪਤਾ ਲੱਗ ਜਾਂਦਾ ਵੀ ਕਿਹੜੇ ਲੈਵਲ ਦੇ ਉੱਤੇ ਗੱਲ ਕਰਦੇ ਪਏ ਹਾਂ। ਸਿਲ ਪੂਜਸ, ਸਿਲ ਵੀ ਪੂਜਦਾ ਹੈ, ਬੜੇ ਧਿਆਨ ਦੇ ਨਾਲ ਪੂਜਾ ਕਰਦਾ ਹੈ, ਪਰ ਕਰਦਾ ਕੀ ਹੈ? ਬਗੁਲ ਸਮਾਧਮ, ਸਮਾਧੀ ਬਗਲੇ ਵਾਲੀ ਹੈ। ਸਮਾਧੀ ਬੁਰੀ ਨਹੀਂ ਹੈ, ਪਰ ਬਗਲੇ ਵਾਲੀ ਸਮਾਧੀ ਬੁਰੀ ਹੈ। ਬਗਲੇ ਦੀ ਸਮਾਧੀ ਬਾਰੇ ਤੁਸੀਂ ਸ਼ਾਇਦ ਸੁਣਦੇ ਹੋਵੋਗੇ ਜਾਂ ਤੁਹਾਨੂੰ ਕਦੀ ਪਤਾ ਹੋਵੇਗਾ। ਜਿਹੜੀ ਬਗਲੇ ਦੀ ਸਮਾਧੀ ਹੁੰਦੀ ਹੈ ਨਾ, ਉਹ ਇਦਾਂ ਦੀ ਹੁੰਦੀ ਹੈ ਕਿ ਪਾਣੀ ਜਿਹੜਾ ਹੁੰਦਾ ਉਹਦੇ ਉੱਤੇ ਜਦੋਂ ਬੈਠਾ ਹੁੰਦਾ ਨਾ, ਉਹ ਪਾਣੀ ਦੇ ਵਿੱਚ ਖੜਾ ਹੋਇਆ ਹੁੰਦਾ, ਈਵਨ ਕਿ ਕਦੀ ਕਦੀ ਤੇ ਇੱਕ ਲੱਤ ਤੇ ਖੜਾ ਹੋ ਜਾਂਦਾ ਹੈ, ਦੂਸਰੀ ਲੱਤ ਵੀ ਪਾਣੀ ਦੇ ਵਿੱਚ ਨਹੀਂ ਲਾਉਂਦਾ। ਉਹਦੀਆਂ ਲੱਤਾਂ ਲੰਬੀਆਂ ਹੁੰਦੀਆਂ ਨੇ, ਥੋੜ੍ਹੀ ਜਿਹੀ ਚਿੱਟੇ ਰੰਗ ਦਾ ਪੰਛੀ ਹੁੰਦਾ। ਉਹ ਜਦੋਂ ਪਾਣੀ ਦੇ ਵਿੱਚ ਖੜਾ ਹੁੰਦਾ ਹੈ, ਇੱਕਦਮ ਇੰਨਾ ਸਟੇਬਲ ਹੋ ਕੇ ਖੜਾ ਹੋਇਆ ਹੁੰਦਾ ਵੀ ਜੇ ਕਿਤੇ ਮੱਛੀ ਵੀ ਉਹਦੇ ਲਾਗੇ ਹੋਵੇ ਤੇ ਮੱਛੀ ਨੂੰ ਵੀ ਪਤਾ ਨਹੀਂ ਲੱਗਦਾ ਵੀ ਮੇਰੇ ਜਿਹੜਾ ਹੈ ਉਹ ਬਗਲਾ ਇੱਥੇ ਖੜਾ ਹੋਇਆ ਪਿਆ ਹੈ। ਪਰ ਕੀ ਹੁੰਦਾ ਹੈ, ਜਦੋਂ ਕਿਤੇ ਇਦਾਂ ਬੇਪਰਵਾਹੀ ਦੇ ਵਿੱਚ ਮੱਛੀ ਘੁੰਮਦੀ ਆਉਂਦੀ ਹੈ ਤੇ ਜਦੋਂ ਉਹਦੀ ਲੱਤ ਦੇ ਲਾਗੇ ਆਉਂਦੀ ਹੈ, ਉਹਦੀ ਚੁੰਝ ਦੀ ਰੇਂਜ ਦੇ ਵਿੱਚ ਆਉਂਦੀ ਹੈ ਨਾ, ਉਹ ਉਸੇ ਵੇਲੇ ਉਹਨੂੰ ਫੜ ਲੈਂਦਾ, ਉਸੇ ਵੇਲੇ। ਹੁਣ ਭਾਵੇਂ ਉਹਨੂੰ 10 ਮਿੰਟ ਸਮਾਧੀ ਲਾਉਣੀ ਪਵੇ ਇਸ ਕੰਮ ਲਈ, ਭਾਵੇਂ 5 ਮਿੰਟ ਲਾਉਣੀ ਪਵੇ, ਉਹ ਲਾ ਲੈਂਦਾ। ਉਹਨੂੰ ਪਤਾ ਵੀ ਕਿਉਂ ਲਾਈ ਹੈ, ਮੱਛੀ ਫੜਨੀ ਹੈ। ਮਹਾਰਾਜ ਕਹਿੰਦੇ ਨੇ ਬਗਲ ਸਮਾਧੀ ਦਾ ਮਤਲਬ ਸਿਰਫ ਇੰਨਾ ਕੁ ਹੈ ਵੀ ਵੇਖੋ, ਆਪਣੀ ਸ਼ਾਂਤੀ ਦੇ ਲਈ, ਕਾਮ ਹੋਣ ਦੇ ਲਈ ਤੁਸੀਂ 2 ਮਿੰਟ ਚੌਕੜਾ ਮਾਰ ਕੇ ਬੈਠ ਜਾਓ, 5 ਮਿੰਟ ਬੈਠ ਜਾਓ, ਕੋਈ ਦਿੱਕਤ ਨਹੀਂ ਹੈ। ਪਰ ਜੇ ਇਸ ਚੌਕੜੇ ਦੇ ਵਿੱਚ ਅੱਖਾਂ ਬੰਦ ਕਰਨ ਦੇ ਵਿੱਚ ਇਸ ਗੱਲ ਦਾ ਖਿਆਲ ਹੈ ਨਾ, ਲੋਕਾਂ ਦੇ ਵਿੱਚ ਮੇਰਾ ਇੰਪ੍ਰੈਸ਼ਨ ਜਾਵੇ, ਲੋਕੀ ਮੈਨੂੰ ਕਹਿਣ ਵੀ ਇਹ ਤੇ ਬੜਾ ਅੱਖਾਂ ਬੰਦ ਕਰਕੇ ਬੈਠਦਾ ਹੈ, ਏਡਾ ਸੌਖਾ ਵੀ ਨਹੀਂ। ਜੇ ਵੈਸੇ ਤੁਸੀਂ ਕਰਕੇ ਵੇਖ ਲੈਣਾ, 5 ਮਿੰਟ ਅੱਖਾਂ ਬੰਦ ਕਰੀਏ ਨਾ ਤਾਂ ਇੰਝ ਲੱਗਦਾ ਵੀ 50 ਮਿੰਟ ਹੋ ਗਏ ਨੇ। ਬੜਾ ਸੌਖਾ, ਐਡਾ ਸੌਖਾ ਨਹੀਂ ਹੈ। ਪਰ ਜਿਨ੍ਹਾਂ ਨੇ ਵੇਖੋ ਇਸ ਚੀਜ਼ ਨੂੰ ਕਾਰੋਬਾਰ ਬਣਾਇਆ ਹੋਇਆ, ਉਹਨਾਂ ਨੂੰ ਕੀ ਲੱਗੇ? ਉਹਨਾਂ ਨੂੰ ਪਤਾ ਵੀ ਸਾਡੀਆਂ ਅੱਖਾਂ ਬੰਦ ਕੀਤੀਆਂ ਵੀ ਲੋਕਾਂ ਨੇ ਸਾਡੇ ਵੱਲ ਡਿੱਗਣਾ ਹੈ। ਮਹਾਰਾਜ ਕੀ ਕਹਿੰਦੇ ਨੇ? ਸਿਲ ਪੂਜਸ, ਸਿਲ ਦੀ ਪੂਜਾ ਵੀ ਕਰਦਾ ਹੈ, ਪਰ ਕਰਦਾ ਕੀ ਹੈ ਨਾਲ? ਬਗਲ ਸਮਾਧਨ। ਭਾਈ ਇਹਦੀ ਸਮਾਧੀ ਬਗਲੇ ਵਾਲੀ ਹੈ, ਇਹਦੀ ਸਮਾਧੀ ਦੇ ਵਿੱਚ ਕਪਟ ਹੈ, ਇਹਦੀ ਗੱਲ ਦੇ ਵਿੱਚ ਧੋਖਾ ਹੈ। ਇਹ ਜਿੰਨਾ ਸ਼ਾਂਤ ਹੋਇਆ, ਇਹਦੀ ਸ਼ਾਂਤੀ ਵੀ ਧੋਖੇ ਦੇ ਵਿੱਚ ਹੈ। ਫਿਰ ਗੱਲ ਮਾਲਾ, ਵਾਹਿਗੁਰੂ। ਮੁੱਖ ਝੂਠ ਵਿਭੂਖਣ ਸਾਰੰ। ਵਿਭੂਖਣ ਹੁੰਦਾ ਹੈ ਵਿਭੂਸ਼ਣ, ਗਹਿਣੇ। ਸਾਨੂੰ ਵੀ ਪਤਾ ਹੈ ਵੀ ਸੋਨਾ ਜਦੋਂ ਖਾਣਾ ਦੇ ਵਿੱਚੋਂ ਨਿਕਲਦਾ ਹੈ, ਉਹ ਸਿੱਧਾ ਸਿੱਧਾ ਗਲ ਦੇ ਵਿੱਚ ਨਹੀਂ ਪਾਇਆ ਜਾਂਦਾ। ਜਦੋਂ ਸੋਨਾ ਮੈਲਟ ਹੋ ਜਾਂਦਾ ਹੈ, ਸਾਡੇ ਘਰ ਦੇ ਵਿੱਚ ਜਿੰਨਾ ਸੋਨਾ ਹੋਵੇ, ਭਲਾ ਜੇ ਉਹਨੂੰ ਮੈਲਟ ਕਰ ਲਈਏ ਤੇ ਫਿਰ ਅਸੀਂ ਕਹੀ ਵੀ ਉਹਨੂੰ ਮੈਲਟ ਕੀਤੇ ਸੋਨੇ ਨੂੰ ਭਲਾ ਗਲ 'ਚ ਪਾ ਲਈਏ, ਕਿੱਦਾਂ ਦਾ ਲੱਗੇਗਾ? ਬਿਲਕੁਲ ਬੇਕਾਰ ਲੱਗੇਗਾ, ਕੋਈ ਨਹੀਂ ਪਾਉਂਦਾ। ਪਰ ਉਸੇ ਸੋਨੇ ਨੂੰ ਜਦੋਂ ਡਿਜ਼ਾਈਨ ਦੇ ਦਿੱਤਾ ਜਾਂਦਾ ਹੈ, ਫਿਰ ਉਹ ਸੋਨਾ ਗਲ ਦੇ ਵਿੱਚ ਵੀ ਪੈ ਜਾਂਦਾ ਹੈ। ਉਸੇ ਸੋਨੇ ਨੂੰ ਲੋਕੀ ਆਪਣੇ ਹੱਥਾਂ ਦੇ ਉੱਤੇ ਵੀ ਪਾ ਲੈਂਦੇ ਨੇ। ਗਹਿਣਾ ਜਿਹੜਾ ਹੁੰਦਾ ਹੈ, ਮਰਦ ਕਹਿੰਦੇ ਵੀ ਅਸਲ ਦੇ ਵਿੱਚ ਜਿੱਦਾਂ ਗਹਿਣਾ ਸੱਜਿਆ ਹੁੰਦਾ ਹੈ, ਡੈਕੋਰੇਟਡ ਕੀਤਾ ਹੁੰਦਾ ਹੈ, ਉਹਨੂੰ ਸਜਾਇਆ ਗਿਆ ਹੁੰਦਾ, ਉਹਦਾ ਡਿਜ਼ਾਈਨ ਕੀਤਾ ਗਿਆ ਹੁੰਦਾ। ਹੁਣ ਇਹ ਬੰਦਾ ਝੂਠ ਤੇ ਬੋਲਦਾ ਹੈ, ਪਰ ਇਹਦਾ ਝੂਠ ਇਦਾਂ ਦਾ ਨਹੀਂ ਹੈ ਵੀ ਹਰ ਕੋਈ ਆਖੇ ਲੱਗ ਗਿਆ ਵੀ ਉਹਦਾ ਉਸੇ ਵੇਲੇ ਝੂਠ ਫੜਿਆ ਜਾਵੇਗਾ। ਏਡੀ ਛੇਤੀ ਝੂਠ ਫੜਿਆ ਨਹੀਂ ਜਾਵੇਗਾ ਇਹਦਾ। ਮੁੱਖ ਝੂਠ ਵਿਭੂਖਣ ਸਾਰੰਗ, ਮੂੰਹ ਤੋਂ ਇਦਾਂ ਝੂਠ ਬੋਲਦਾ ਹੈ ਜਿੱਦਾਂ ਬੜੇ ਸੋਹਣੇ ਤਰੀਕੇ ਦਾ ਗਹਿਣਾ ਹੋਵੇ। ਮਤਲਬ ਤਰੀਕਿਆਂ ਦੇ ਨਾਲ ਝੂਠ ਬੋਲਦਾ ਹੈ ਵੀ ਮੇਰਾ ਝੂਠ ਫੜਿਆ ਹੀ ਨਾ ਜਾਵੇ।
ਔਰ ਹੈਰਾਨੀ ਦੀ ਗੱਲ ਹੈ, ਹੁਣ ਤੇ ਉਹਨਾਂ ਦੀ ਛੁੱਟੀ ਹੋ ਗਈ ਹੈ ਲਗਭਗ ਅਮਰੀਕਾ ਦੇ ਵਿੱਚੋਂ, ਤੁਸੀਂ ਸੁਣਿਆ ਹੀ ਹੋਵੇਗਾ। ਉਹਨਾਂ ਦੇ ਬਾਰੇ ਤੇ ਖਬਰ ਹੀ ਉੱਠਦੀ ਸੀ ਵੀ ਉਸ ਬੰਦੇ ਨੇ 4 ਸਾਲਾਂ 'ਚ ਪਤਾ ਨਹੀਂ ਕਿੰਨੀ ਵਾਰੀ ਝੂਠ ਬੋਲ ਲਿਆ, ਭਾਵੇਂ ਕਿ ਉਹਨਾਂ ਦਾ ਮੀਡੀਆ ਉਹਨਾਂ ਨੂੰ ਐਕਸਪੋਜ਼ ਕਰਨ ਵਾਲਾ। ਸਾਡੇ ਦੇਸ਼ ਦੇ ਲੋਕਾਂ ਦੀ ਹਾਲ ਵੇਖ ਲਓ, ਸਾਡੇ ਦੇਸ਼ ਦੇ ਮੰਤਰੀ ਮੂੰਹ ਤੇ ਝੂਠ ਬੋਲ ਜਾਂਦੇ ਨੇ, ਲੋਕਾਂ ਨੂੰ ਫਿਰ ਵੀ ਲੱਗਦਾ ਵੀ ਸਾਡਾ ਕੁਝ ਬਦਲ ਦੇਣਗੇ। ਮੁੱਖ ਝੂਠ ਵੀ ਭੂਖਨ ਸਾਰੰਗ। ਚਲੋ ਇਹਨੂੰ ਵੀ ਥੋੜ੍ਹਾ ਜਿਹਾ ਆਪ ਜੀ ਦੇ ਅੱਗੇ ਰੱਖ ਦੇਵਾਂ। ਅੱਜ ਜ਼ਿਆਦਾ ਆਪਾਂ ਸੋਸ਼ਲ ਮੀਡੀਆ ਵਾਲਾ ਪਾਸਾ ਲੈ ਲਿਆ ਤੇ ਮੈਂ ਵੀ ਰੱਖ ਦੇਵਾਂ, ਕਿ ਮੈਂ ਅੱਜ ਹੀ ਪੜ੍ਹਿਆ ਸੀ ਤੇ ਸ਼ਾਇਦ ਆਪ ਜੀ ਦੇ ਵਿੱਚੋਂ ਤੇ ਮੇਰੇ ਨਾਲੋਂ ਜ਼ਿਆਦਾ ਪੜ੍ਹਦੇ ਹੋਵੋਗੇ, ਮੈਂ ਇਸ ਕਰਕੇ ਇਹ ਗੱਲਾਂ ਕਹਿ ਰਿਹਾ। ਕੁਝ ਗੱਲਾਂ ਹੁੰਦੀਆਂ ਨੇ ਜਿੱਦਾਂ ਦੀਆਂ ਹੁੰਦੀਆਂ ਨੇ, ਸਾਨੂੰ ਉੱਦਾਂ ਦੀਆਂ ਦੱਸੀਆਂ ਨਹੀਂ ਜਾਂਦੀਆਂ, ਗੱਲ ਘੁਮਾ ਲਈ ਜਾਂਦੀ ਹੈ। ਜਿੱਦਾਂ ਹਰ ਪੋਸਟਰ ਦੇ ਵਿੱਚ ਲਿਖਿਆ ਹੁੰਦਾ ਵੀ ਟਰਮ ਐਂਡ ਕੰਡੀਸ਼ਨ ਜਿਹੜੀਆਂ ਨੇ ਉਹ ਅਪਲਾਈ ਹੋ ਚੁੱਕੀਆਂ ਨੇ। ਥੋੜ੍ਹੇ ਦਿਨ ਪਹਿਲਾਂ ਹੀ ਸਾਡੀ WhatsApp ਦੇ ਉੱਤੇ ਇੱਕ ਮੈਸੇਜ ਆਇਆ ਸੀ, 8 ਤਰੀਕ ਤੋਂ ਲਾ ਬਣਦਾ ਪਿਆ ਹੈ, 8 ਫਰਵਰੀ ਤੋਂ। ਉਹਦੇ ਵਿੱਚ ਇਹ ਲਾਇਆ ਵੀ ਆਪਾਂ ਜਦੋਂ ਮੈਸੇਜ ਕਰਦੇ ਹਾਂ, ਤੁਸੀਂ ਵੇਖਿਆ ਹੋਵੇਗਾ, ਜਿਹੜੀ ਪ੍ਰੋਫਾਈਲ ਖੁੱਲ੍ਹਦੀ, ਆਪਾਂ ਕਿਸੇ ਬੰਦੇ ਦੇ ਨਾਲ ਗੱਲਬਾਤ ਕਰਦੇ ਹਾਂ ਜਾਂ ਉਹਨੂੰ ਜੋ ਵੀ ਫੋਟੋ ਇੱਧਰ ਉੱਧਰ ਭੇਜਦੇ ਹਾਂ, ਜੋ ਵੀ ਡਾਟਾ ਸਾਡੇ ਕੋਲ ਟਰਾਂਸਫਰ ਹੁੰਦਾ, ਉਹਦੇ ਬਾਰੇ ਪਹਿਲਾਂ ਉਹ ਇਹ ਕਹਿੰਦੇ ਸੀ ਵੀ ਇਹ ਸਿਰਫ ਮੇਰੇ ਵਿੱਚ ਤੇ ਮੈਂ ਜਿਹਨੂੰ ਭੇਜਦਾ ਪਿਆ ਹਾਂ ਉਹਦੇ ਵਿੱਚ ਹੀ ਹੈ, ਥਰਡ ਪਾਰਟੀ ਈਵਨ ਕਿ WhatsApp ਵੀ ਉਹਨੂੰ ਨਹੀਂ ਯੂਜ਼ ਕਰਦੀ। ਹੁਣ ਇਹ ਰੂਲ ਨਵਾਂ ਨਿਕਲਿਆ ਹੈ ਸਮੇਤ ਮੇਰੇ, ਮੈਂ ਤੇ ਉਹਨੂੰ ਐਕਸੈਪਟ ਕਰ ਲਿਆ ਸੀ, ਮੈਨੂੰ ਬਾਅਦ 'ਚ ਪਤਾ ਲੱਗਾ ਵੀ ਕੀ ਬਣ ਗਿਆ। ਉਹਦੇ ਵਿੱਚ ਕੀ ਲਿਖ ਦਿੱਤਾ ਹੈ ਕਿ ਪਹਿਲਾਂ ਉਹ ਕਹਿੰਦੇ ਸੀ ਅਸੀਂ ਡਾਟਾ ਜਿਹੜਾ ਹੈ ਉਹ ਰੱਖਦੇ ਹੀ ਨਹੀਂ ਹਾਂ, ਹੁਣ ਉਹਨਾਂ ਨੇ ਡਾਟਾ ਰੱਖਣਾ ਸ਼ੁਰੂ ਕਰ ਦਿੱਤਾ ਹੈ। ਸ਼ਾਇਦ ਆਪ ਜੀ ਇਹਨੂੰ ਜ਼ਿਆਦਾ ਪੜ੍ਹ ਲੈਣਾ ਮੇਰੇ ਨਾਲੋਂ, ਮੇਰੇ ਉੱਤੇ ਨਾ ਰਹਿ ਜਾਇਓ ਵੀ ਮੈਂ ਜੋ ਬੋਲਤਾ ਸੱਚ ਹੀ ਹੈ, ਮੇਰੇ ਨਾਲੋਂ ਜ਼ਿਆਦਾ ਪੜ੍ਹ ਲੈਣਾ। ਹੁਣ ਉਹਨਾਂ ਨੇ ਡਾਟਾ ਰੱਖਣਾ ਸ਼ੁਰੂ ਕਰ ਦਿੱਤਾ ਹੈ। ਉਹਦੇ ਵਿੱਚ ਸਿੱਧਾ ਇਹ ਨਹੀਂ ਲਿਖਿਆ ਗਿਆ, ਉਹਦੇ ਵਿੱਚ ਸਿਰਫ ਇੰਨੀ ਗੱਲ ਲਿਖੀ ਹੈ, ਲੋਕਾਂ ਦੇ ਭਲੇ ਦੇ ਲਈ, ਲੋਕਾਂ ਦੀਆਂ ਸਹੂਲਤਾਂ ਵਧਾਉਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ। ਹੁਣ ਇਹ ਤੇ ਵੇਖਣ ਨੂੰ ਮੈਂ ਜਦੋਂ ਪੜ੍ਹਾਂਗਾ ਵੀ ਲੋਕਾਂ ਦੀ ਸਹੂਲਤ ਲਈ ਹੋ ਰਿਹਾ ਤੇ ਕਿੱਡੀ ਕਮਾਲ ਦੀ ਗੱਲ ਹੈ, ਪਰ ਤੁਸੀਂ ਸੋਚ ਕੇ ਵੇਖੋ, ਸਾਡੀ ਹਰ ਇੱਕ ਜਾਣਾ, ਅਸੀਂ ਐਡਿਕਸ਼ਨ ਦੇ ਵਿੱਚ ਆ ਗਏ ਹਾਂ ਉਸ ਚੀਜ਼ ਦੀ। ਈਵਨ ਕਿ ਅਸੀਂ ਛੋਟਾ ਜਿਹਾ ਹੈਲੋ ਵੀ ਲਿਖਾਂਗੇ ਤੇ ਪਹਿਲਾਂ ਜਿਹੜਾ ਹੈਲੋ ਦੂਸਰੇ ਨੂੰ ਪਹੁੰਚਦਾ ਸੀ, ਹੁਣ ਪਹਿਲਾਂ ਤੀਸਰਾ ਸੁਣੇਗਾ ਤੇ ਫਿਰ ਦੂਸਰੇ ਨੂੰ ਪਹੁੰਚੇਗਾ। ਇਸ ਇਕੱਲਾ WhatsApp ਨਹੀਂ ਹੈ, ਸੋਸ਼ਲ ਮੀਡੀਆ ਸਾਰਾ ਹੀ ਲਗਭਗ ਇੱਦਾਂ ਦਾ ਹੈ, ਜਿਹੜਾ ਵੀ ਹੈ ਇਹਦਾ ਵਿੱਚ। ਪਰ ਪ੍ਰੋਬਲਮ ਕੀ ਹੈ, ਕੁਝ ਗੱਲਾਂ ਲਿਖੀਆਂ ਜਿੱਦਾਂ ਜਾਂਦੀਆਂ ਨੇ, ਅਸੀਂ ਲਿਖੀਆਂ ਦੇ ਉੱਤੇ ਯਕੀਨ ਕਰ ਲੈਂਦੇ ਹਾਂ, ਪਰ ਉਹਨਾਂ ਦੇ ਅੰਦਰ ਬੜੇ ਡੂੰਘੇ ਮਸਲੇ ਹੁੰਦੇ ਨੇ। ਮਹਾਰਾਜ ਆਹ ਗੱਲ ਕਹਿੰਦੇ ਨੇ, ਮੁੱਖ ਝੂਠ ਵਿਭੂਖਨ ਸਾਰੰਗ, ਵੀ ਮੂੰਹ ਤੋਂ ਝੂਠ ਇਸ ਤਰੀਕੇ ਨਾਲ ਬੋਲਿਆ ਜਾਂਦਾ ਹੈ ਭਾਈ, ਲੋਕਾਂ ਨੂੰ ਲੱਗੇ ਵੀ ਕਿਆ ਕਮਾਲ ਦਾ ਝੂਠ ਬੋਲਦਾ, ਪਤਾ ਹੀ ਨਹੀਂ ਲੱਗਾ ਲੋਕੀ ਸਾਡੇ ਨਾਲ ਝੂਠ ਬੋਲ ਗਏ, ਪਤਾ ਹੀ ਨਹੀਂ ਲੱਗਾ ਸਾਡੇ ਨਾਲ ਧੋਖਾ ਕਰ ਗਏ। ਮੁੱਖ ਝੂਠ ਵਿਭੂਖਨ ਸਾਰੰਗ। ਤੇ ਫਿਰ ਤ੍ਰੈ ਪਾਲ ਤਿਹਾਲ ਵਿਚਾਰੰਗ। ਪਾਲ ਜਿਹੜਾ ਹੁੰਦਾ ਹੈ ਨਾ, ਲਾਈਨ ਹੁੰਦੀ ਹੈ, ਪੰਕਤੀ ਹੁੰਦੀ ਹੈ। ਤ੍ਰੈ ਪਾਲ ਗਾਇਤਰੀ ਮੰਤਰ ਦੀਆਂ 3 ਲਾਈਨਾਂ ਨੇ। ਤਿਹਾਲ ਦਾ ਮਤਲਬ ਹੈ 3 ਹਾਲਾਂ ਦੇ ਵਿੱਚ, 3 ਟਾਈਮਸ ਦੇ ਵਿੱਚ, 3 ਟਾਈਮਸ ਜਿਹੜਾ ਉਹ ਸੰਧਿਆ ਜਦੋਂ ਕਰਦਾ ਤੇ ਬੋਲਦਾ। ਤ੍ਰੈ ਪਾਲ ਤਿਹਾਲ ਵਿਚਾਰੰਗ, ਗਾਇਤਰੀ ਮੰਤਰ ਨੂੰ 3 ਵੇਲੇ ਪੜ੍ਹਦਾ ਹੈ। ਮੇਰੇ ਵਰਗੇ ਕਈ ਸਾਰਾ ਦਿਨ ਵਾਹਿਗੁਰੂ ਕਹੀ ਜਾਂਦੇ, ਦੁਕਾਨ ਤੇ ਗਾਹਕ ਆ ਜਾਂਦਾ, ਸਾਰੀ ਛਿੱਲ ਲਾ ਕੇ ਰੱਖ ਦਿੰਦੇ ਨੇ। ਸਾਰਾ ਦਿਨ ਸੁਖਮਨੀ ਸਾਹਿਬ ਚੱਲਦਾ ਰਹਿੰਦਾ ਦੁਕਾਨਾਂ ਤੇ, ਸਾਰਾ ਦਿਨ ਜਪਜੀ ਸਾਹਿਬ ਚੱਲਦਾ ਰਹਿੰਦਾ, ਕੋਈ ਆਵੇ ਸਹੀ ਬਸ ਉਹ ਬਗਲੇ ਵਾਲਾ ਕੰਮ ਕਰਕੇ ਰੱਖ ਦੇਣਾ। ਸਾਰਿਆਂ ਦੇ ਨਾਲ ਹੀ ਇਦਾਂ ਹੁੰਦਾ। ਦੁੱਧ ਮਹਾਰਾਜ ਦੇ ਨਾਂ ਦੇ ਉੱਤੇ ਗੁਰਦੁਆਰੇ ਚੜਾਈ ਗਏ, ਬਾਅਦ 'ਚ ਪਾਣੀ ਪਾ ਕੇ ਵੇਚੀ ਵੀ ਗਏ, ਸਾਰਾ ਕੁਝ ਹੀ ਹੋਈ ਗਿਆ। ਉਹਨੂੰ ਕੀ ਕਹਿੰਦੇ ਨੇ, ਤ੍ਰੈਪਾਲ ਤਿਹਾਲ ਵਿਚਾਰੰ। ਬਾਈ ਇਦਾਂ ਦੇ ਕੰਮ ਕਰਦਾ ਹੈ ਵੀ ਬੜੇ ਤਰੀਕਿਆਂ ਦੇ ਨਾਲ ਮੰਤਰ ਵੀ ਜਾਪ ਕਰਦਾ ਪਿਆ ਹੈ, ਪਰ ਕੀ ਹੈ ਗੱਲ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ। ਗਲ ਦੇ ਵਿੱਚ ਮਾਲਾ ਵੀ ਪਾਈ ਹੋਈ ਹੈ, ਲਿਲਾਟ ਮੱਥਾ ਹੁੰਦਾ, ਮੱਥੇ ਦੇ ਉੱਤੇ ਤਿਲਕ ਵੀ ਲੱਗਾ ਹੋਇਆ ਹੈ। ਹੁਣ ਸਾਡੇ ਦੇਸ਼ ਧਾਰਮਿਕ ਹੀ ਉਹਨੂੰ ਮੰਨਿਆ ਜਾਂਦਾ, ਜਿਹੜਾ ਇਦਾਂ ਦੇ ਕੱਪੜੇ ਪਾ ਕੇ ਬੈਠਾ ਹੋਵੇ, ਆਮ ਕੱਪੜਿਆਂ 'ਚ ਬੰਦਾ ਹੋਵੇ ਤਾਂ ਧਾਰਮਿਕ ਮੰਨਦਾ ਹੀ ਨਹੀਂ, ਉਹਦੀ ਤੇ ਗੱਲ ਹੀ ਸੁਣਨ ਨੂੰ ਰਾਜੀ ਨਹੀਂ ਕੋਈ। ਗਲ ਮਾਲਾ, ਗਲ ਦੇ ਵਿੱਚ ਮਾਲਾ ਵੀ ਬੜੀ ਸੋਹਣੀ ਹੈ, ਤਿਲਕ ਲਿਲਾਟੰ, ਮੱਥੇ ਤੇ ਤਿਲਕ ਵੀ ਲਾਇਆ ਹੋਇਆ ਹੈ। ਪਰ ਕੀ ਹੈ, ਗੁਰੂ ਸਾਹਿਬ ਕਹਿੰਦੇ ਦੋਏ ਧੋਤੀ ਬਸਤਰ ਕਪਾਟੰ। ਦੋਹਰੀ ਜਿਹੜੀ ਹੈ ਉਹ ਧੋਤੀ ਵੀ ਉਹਦੇ ਕੋਲ ਹੈ, ਜਾਂ ਇਦਾਂ ਕਹਿ ਲਈਏ 2 ਧੋਤੀਆਂ ਨੇ ਉਹਦੇ ਕੋਲ। ਬਸਤਰ ਕਪਾਟੰ, ਕਪਾਟ ਖੋਪੜੀ, ਵੈਸੇ ਸਿਰ ਦਾ ਹਿੱਸਾ, ਸਿਰ ਦੇ ਉੱਤੇ ਵੀ ਕੱਪੜਾ ਰੱਖਦਾ ਹੈ। ਵੈਸੇ ਸੀਤੇ ਕੱਪੜਾ ਪਾ ਕੇ ਤੇ ਉਹਨਾਂ ਦੀ ਪੂਜਾ ਦਾ ਵਿਧਾਨ ਨਹੀਂ ਹੈ, ਇਸ ਕਰਕੇ ਤੁਸੀਂ ਵੇਖੋਗੇ ਜਿਹੜਾ ਉਹਨਾਂ ਦਾ ਆਚਾਰੀਆ ਵਿਆਹ ਕਰਾ ਰਿਹਾ ਹੁੰਦਾ ਹੈ, ਇੱਥੇ ਤੇ ਨਾਰਥ ਇੰਡੀਆ ਦੇ ਵਿੱਚ ਪ੍ਰਭਾਵ ਥੋੜ੍ਹਾ ਜਿਹਾ ਹੋਰ ਹੈ। ਸੀਤਾ ਕੱਪੜਾ ਪਾ ਕੇ ਜੱਗ ਦੇ ਨੇੜੇ ਨਹੀਂ ਬੈਠਦੇ ਹੋ, ਇਹ ਇੱਕ ਪਾਸਾ ਹੈ, ਆਪਾਂ ਕਦੀ ਵਿਚਾਰਾਂਗੇ। ਦੋਏ ਧੋਤੀ ਬਸਤਰ ਕਪਾਟੰ, ਸਿਰ ਦੇ ਉੱਤੇ ਕੱਪੜਾ ਵੀ ਰੱਖ ਲੈਂਦਾ ਹੈ। ਮਹਾਰਾਜ ਕਹਿੰਦੇ ਨੇ ਭਾਈ, ਜੇ ਜਾਣਸ ਬ੍ਰਹਮੰ ਕਰਮੰ,
ਜੇ ਕਿਤੇ ਵਾਕਿਆ ਹੀ ਇੰਨੇ ਧਾਰਮਿਕ ਪਖੰਡ ਕਰਨ ਵਾਲਾ ਬੰਦਾ, ਇੰਨੇ ਧਾਰਮਿਕ ਫਰਜ਼ ਨਿਭਾਉਣ ਵਾਲਾ ਬੰਦਾ ਇਹ ਸਮਝ ਲਵੇ, ਜੇ ਜਾਣਸ ਬ੍ਰਹਮੰ ਕਰਮੰ, ਵਾਕਿਆ ਹੀ ਇਸ ਗੱਲ ਨੂੰ ਸਮਝ ਲਵੇ ਵੀ ਰੱਬ ਦੇ ਨਾਂ ਦੇ ਉੱਤੇ ਇਹੋ ਜਿਹੇ ਕਰਮ ਵਾਰਾ ਖਾਂਦੇ ਨੇ, ਭਲਾ ਚੰਗੇ ਲੱਗਦੇ ਨੇ? ਵੀ ਆਪਾਂ ਕਿਸੇ ਨਾਲ ਬਹਿਸਦੇ ਫਿਰੀਏ, ਲੋਕਾਂ ਨੂੰ ਜ਼ਹਿਰ ਦਿੰਦੇ ਫਿਰੀਏ ਵੀ ਉਹ ਨਹੀਂ ਚੰਗੇ, ਆਹ ਨਹੀਂ ਚੰਗੇ, ਸਾਡੀਆਂ ਪੜ੍ਹਾਈਆਂ ਸਾਡਾ ਸਮਾਜ ਦਾ ਫਾਇਦਾ ਕਰਨ ਦੀ ਬਜਾਏ ਸਾਡੇ ਵਿੱਚ ਜਿਹੜੇ ਵੈਰ ਨੇ ਉਹ ਵਧਾ ਦੇਣ। ਮਹਾਰਾਜ ਕਹਿੰਦੇ ਜੇ ਜਾਣਸ ਬ੍ਰਹਮੰ ਕਰਮੰ, ਜੇ ਕਿਤੇ ਕਰਦੇ ਕਰਦੇ ਨੂੰ ਇਹ ਗੱਲ ਸਮਝ ਆ ਗਈ ਨਾ ਵੀ ਰੱਬ ਦਾ ਰਸਤਾ ਤੇ ਇਹ ਹੈ ਹੀ ਨਹੀਂ, ਤੇ ਗੁਰੂ ਸਾਹਿਬ ਕਹਿੰਦੇ ਫਿਰ ਕੀ ਕਰੇਗਾ? ਸਭ ਫੋਕਟ ਨਿਸ਼ਚਉ ਕਰਮੰ, ਉਹਨੂੰ ਨਿਸ਼ਚਾ ਹੋ ਜਾਵੇਗਾ ਇਸ ਗੱਲ ਦਾ ਵੀ ਆਹ ਫੋਕਟ ਕਰਮ ਨੇ, ਬੇਕਾਰ ਦੀਆਂ ਗੱਲਾਂ ਨੇ। ਜਿੱਦਾਂ ਆਪਾਂ ਸ਼ੁਰੂ ਦੇ ਵਿੱਚ ਇਸ ਗੱਲ ਨੂੰ ਸਮਝਿਆ ਹੈ ਵੀ ਗੱਲਾਂ ਕੁਝ ਵੀ ਨਹੀਂ ਨੇ, ਪਰ ਬਹਿਸ ਕੇ ਉਹਨੂੰ ਏਡਾ ਵੱਡਾ ਮੁੱਦਾ ਬਣਾ ਦਿੱਤਾ, ਬਹਿਸ ਕੇ ਉਹਨੂੰ ਏਡਾ ਵੱਡਾ ਬਣਾ ਦਿੱਤਾ ਵੀ ਲੋਕਾਂ ਨੂੰ ਲੱਗਣ ਲੱਗ ਪਿਆ ਵੀ ਹਾਂ ਇਸ ਬਾਰੇ ਗੱਲ ਹੋਣੀ ਚਾਹੀਦੀ ਹੈ, ਜਿਹਦੇ ਬਾਰੇ ਗੱਲ ਹੋਣੀ ਚਾਹੀਦੀ ਉਸ ਬਾਰੇ ਹੁੰਦੀ ਨਹੀਂ। ਹਜ਼ੂਰ ਕਹਿੰਦੇ ਜੇ ਕਿਤੇ ਬੰਦੇ ਨੂੰ ਸਮਝ ਆ ਜਾਵੇ ਵੀ ਭਾਈ ਮੈਂ ਕਰਦਾ ਕੀ ਪਿਆ ਹਾਂ, ਇਹ ਰੱਬ ਦੇ ਰਸਤੇ ਦੇ ਉੱਤੇ ਬੇਕਾਰ ਗੱਲਾਂ ਨੇ, ਜੇ ਮੈਂ ਬਾਕੀਆਂ ਦੇ ਨਾਲ ਬਹਿਸਦਾ ਹੀ ਪਿਆ ਹਾਂ ਤੇ ਜੇ ਜਾਣਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚਉ ਕਰਮੰ, ਇਹ ਬਿਲਕੁਲ ਫੋਕਟ ਕਰਮ ਨੇ, ਬਿਲਕੁਲ ਬੇਕਾਰ ਦੇ ਕਰਮ ਨੇ। ਮਹਾਰਾਜ ਕਹਿੰਦੇ ਨੇ ਕਹੋ ਨਾਨਕ ਨਿਹਚੋ ਧਿਆਵੇ। ਹੁਣ ਜੇ ਕਿਤੇ ਬੰਦਾ ਨਿਸ਼ਚੇ ਦੇ ਨਾਲ, ਯਕੀਨ ਦੇ ਨਾਲ, ਇਦਾਂ ਕਹਿ ਲਈਏ ਵੀ ਜਿਹਦੇ ਬਾਰੇ ਉਹ ਗੱਲ ਕਰਦਾ ਪਿਆ ਹੈ, ਮਹਾਰਾਜ ਕਹਿੰਦੇ ਉਹਨੂੰ ਯਕੀਨ ਦੇ ਕਰਕੇ ਵੀ ਧਿਆਵੇ। ਇੱਕ ਮਹਾਰਾਜ ਜੀ ਦੀ ਪੰਕਤੀ ਹੈ ਸੁਖਮਨੀ ਸਾਹਿਬ ਦੇ ਵਿੱਚ ਅਸੀਂ ਪੜ੍ਹਦੇ ਹਾਂ, ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਵੇਖੋ ਨਾ, ਜਿੰਨੇ ਅਸੀਂ ਬੈਠੇ ਹੋਏ ਹਾਂ ਤੁਹਾਡੇ ਸਾਰਿਆਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ, ਪਰ ਇੱਕ ਗੱਲ ਨੂੰ ਥੋੜ੍ਹਾ ਜਿਹਾ ਧਿਆਨ ਦੇ ਨਾਲ ਸੋਚ ਕੇ ਵੇਖਿਓ, ਅਸੀਂ ਸਿਰਫ ਨਾ ਮੂੰਹ ਜ਼ਬਾਨੀ ਕਹਿੰਦੇ ਹਾਂ ਵੀ ਰੱਬ ਤੇ ਬੜਾ ਯਕੀਨ ਹੈ ਮੈਨੂੰ, ਸਾਨੂੰ ਪੂਰਾ ਯਕੀਨ ਕਦੀ ਨਹੀਂ ਜੇ ਆਉਂਦਾ। ਮਹਾਰਾਜ ਤੇ ਕਹਿੰਦੇ ਨੇ ਵੀ ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ, ਜਿਹਦੇ ਦਿਲ ਦੇ ਵਿੱਚ ਰੱਬ ਦੇ ਬਾਰੇ ਵਿਸ਼ਵਾਸ ਆ ਗਿਆ ਨਾ ਵੀ ਜੋ ਕਰਦਾ ਠੀਕ ਕਰਦਾ ਪਿਆ ਹੈ। ਅਜੇ ਮੈਨੂੰ ਲੱਗਦਾ ਨਹੀਂ ਤਾਂ ਮੈਂ ਸੁਣੀ ਸੁਣਾਈ ਗੱਲ ਕਰ ਸੁਣਾਉਂਦਾ ਵੀ ਰੱਬ ਜੋ ਕਰਦਾ ਠੀਕ ਕਰਦਾ, ਤੇ ਸੁਣੀ ਸੁਣਾਈ ਗੱਲ ਹੈ। ਉਹ ਮੇਰੇ ਨਾਲ ਮਾੜਾ ਜਿਹਾ ਕਿਤੇ ਇੱਧਰ ਉੱਧਰ ਕਰ ਦੇਵੇ ਤੇ ਮੈਂ ਭਲਾ ਕੀ ਕਹਿਣਾ ਹੁੰਦਾ ਵੀ ਤੈਨੂੰ ਮੈਂ ਹੀ ਦੱਸਿਆ ਸੀ ਇਹ ਕੰਮ ਲਈ। ਇਹ ਮੇਰਾ ਰੱਬ ਦੇ ਪ੍ਰਤੀ ਯਕੀਨ ਹੈ। ਜੇ ਕਹੋ ਨਾਨਕ ਨਿਸ਼ਚੋ ਧਿਆਵੈ, ਮਹਾਰਾਜ ਕਹਿੰਦੇ ਜਿਸ ਬੰਦੇ ਨੂੰ ਵਾਕਿਆ ਹੀ ਰੱਬ ਦੇ ਉੱਤੇ ਯਕੀਨ ਆ ਗਿਆ ਹੈ, ਵਿਸ਼ਵਾਸ ਆ ਗਿਆ ਹੈ, ਭਰੋਸਾ ਆ ਗਿਆ ਹੈ, ਪਰ ਗੁਰੂ ਸਾਹਿਬ ਕਹਿੰਦੇ ਨੇ ਉਹ ਸਾਰੀਆਂ ਚੀਜ਼ਾਂ ਛੱਡ ਦੇਵੇਗਾ, ਉਹ ਬਹਿਸਾਂ ਦੇ ਵਿੱਚ ਨਹੀਂ ਪਵੇਗਾ, ਉਹ ਫਜ਼ੂਲ ਦੀਆਂ ਗੱਲਾਂ ਨਹੀਂ ਸੁਣੇਗਾ। ਪਰ ਕੀ ਹੈ? ਬਿਨ ਸਤਿਗੁਰ ਵਿਣ ਸਤਿਗੁਰ ਵਾਟ ਨਾ ਪਾਵੇ। ਵਾਟ ਦਾ ਮਤਲਬ ਹੁੰਦਾ ਰਸਤਾ। ਗੁਰੂ ਤੋਂ ਬਿਨਾਂ ਇਹ ਰਸਤਾ ਕਦੀ ਸਮਝ ਵੀ ਨਹੀਂ ਆਉਂਦਾ। ਵਿਣ ਸਤਿਗੁਰ ਵਾਟ ਨਾ ਪਾਵੇ। ਮੇਰੇ ਇਹ ਜਿੰਨੀ ਅਸੀਂ ਵਿਚਾਰ ਕੀਤੀ ਹੈ, ਇਹਦੇ ਕਹਿਣ ਦਾ ਮਤਲਬ ਸਿਰਫ ਇੰਨਾ ਕੁ ਹੈ, ਸਾਨੂੰ ਵੀ ਮਾਲਕ ਦੀ ਕਿਰਪਾ ਦੇ ਨਾਲ ਪੜ੍ਹਾਈ ਦੇ ਕੁਝ ਸਰਟੀਫਿਕੇਟ ਮਿਲੇ ਹੋਏ ਨੇ, ਕੁਝ ਡਿਗਰੀਆਂ ਮਿਲੀਆਂ ਹੋਈਆਂ ਨੇ, ਹੁਣ ਵੀ ਅਸੀਂ ਪੜ੍ਹਿਆਂ ਲਿਖਿਆਂ 'ਚ ਵਿਚਰਦੇ ਹਾਂ ਵੀ ਸਾਨੂੰ ਸਾਰਾ ਦਿਨ ਜਿਹੜਾ ਕੰਮ ਕਰਨਾ ਪੈਂਦਾ, ਪੜ੍ਹਾਈ ਦਾ ਕੰਮ ਕਰਨਾ ਪੈਂਦਾ। ਉਹਦੇ ਵਿੱਚੋਂ ਕਦੀ ਕਦੀ ਅਸੀਂ ਇੱਦਾਂ ਕਰਦੇ ਹਾਂ ਵੀ ਥੋੜ੍ਹੀ ਬਹੁਤੀ ਧਾਰਮਿਕ ਜ਼ਿੰਦਗੀ ਵੀ ਜੀ ਲੈਂਦੇ ਹਾਂ। ਜੇ ਆਪਣੀ ਗੱਲ ਮੈਂ ਕਰਾਂ ਤੇ ਲਗਭਗ ਸਾਰੇ ਕੰਮ ਉਹੀ ਕਰਦੇ ਪਏ ਹਾਂ ਧਾਰਮਿਕ ਜ਼ਿੰਦਗੀ ਵਾਲੇ। ਇੰਨਾ ਕੁਝ ਕਰਨ ਦੇ ਬਾਵਜੂਦ ਵੀ ਜੇ ਸਾਡੀ ਜ਼ਿੰਦਗੀ ਦਾ ਮੋਟਿਵ ਸਿਰਫ ਬਹਿਸਣਾ ਹੈ ਲੋਕਾਂ ਦੇ ਨਾਲ, ਆਪਣੇ ਪਰਿਵਾਰ ਦੇ ਲੈਵਲ ਤੋਂ ਲੈ ਕੇ, ਫੈਮਿਲੀ ਲੈਵਲ ਤੋਂ ਲੈ ਕੇ ਤੇ ਦੇਸ਼ ਪੱਧਰ ਦੇ ਲੈਵਲ ਤੱਕ, ਜੇ ਕੰਮ ਸਿਰਫ ਬਹਿਸਣਾ ਹੀ ਹੈ ਨਾ, ਤੇ ਮਹਾਰਾਜ ਕਹਿੰਦੇ ਇਹ ਬੇਕਾਰ ਦੀ ਜ਼ਿੰਦਗੀ ਹੈ, ਕੁਝ ਨਹੀਂ ਹੈ ਇਹਦੇ ਵਿੱਚ। ਖਾਇਆ ਮੈਲ ਵਧਾਇਆ ਪੈਦਾ ਕਰ ਕੀ ਹਾਣ, ਬਕ ਬਕ ਵਾਦ ਚਲਾਇਆ ਬਿਨ ਨਾਮੈ ਬਿਖ ਜਾਣ। ਬਾਬਾ ਐਸਾ ਜਾਲ ਮਨ ਵਸਿਆ, ਬਿਬਲ ਝਾਗ ਸਹਿਜ ਪ੍ਰਗਾਸਿਆ। ਤੁਸੀਂ ਸਿਰਫ ਇਸ ਗੱਲ ਨੂੰ ਕਹਿ ਕੇ ਮੈਂ ਸਮਾਪਤੀ ਕਰਾਂਗਾ, ਫਜ਼ੂਲ ਦੀਆਂ ਬਹਿਸਾਂ ਤੋਂ ਆਪਣੇ ਆਪ ਨੂੰ ਬਚਾ ਲਓ, ਬੜੇ ਸੌਖੇ ਰਵਾਂਗੇ। ਨਹੀਂ ਤੇ ਕੀ ਹੁੰਦਾ ਹੈ, ਸਾਨੂੰ ਬਾਅਦ 'ਚ ਅਹਿਸਾਸ ਹੁੰਦਾ ਇਸ ਗੱਲ ਦਾ ਵੀ ਜੇ ਇਹ ਗੱਲ ਮੈਂ ਨਾ ਵੀ ਕਰਦਾ ਤੇ ਮੇਰਾ ਬੜਾ ਵਧੀਆ ਸਰ ਸਕਦਾ ਸੀ, ਪਰ ਅਸੀਂ ਜਦੋਂ ਪੈ ਜਾਂਦੇ ਹਾਂ ਫਿਰ ਸਾਡੇ ਲਈ ਪਿੱਛੇ ਮੁੜਨਾ ਮੁਸ਼ਕਲ ਹੋ ਜਾਂਦਾ। ਇਸ ਕਰਕੇ ਬੜਾ ਸੌਖਾ ਤਰੀਕਾ ਹੈ, ਸਾਈਡ ਤੋਂ ਨਿਕਲ ਜਾਓ, ਪਰੇ ਹੋ ਜਾਵੋ ਇਹਨਾਂ ਚੀਜ਼ਾਂ ਦੇ ਵਿੱਚ। ਜਦੋਂ ਉਹਨਾਂ ਨੂੰ ਪਤਾ ਲੱਗੇਗਾ ਨਾ ਵੀ ਇਹ ਬੰਦੇ ਬਹਿਸਦੇ ਨਹੀਂ ਨੇ, ਆਪਣੇ ਆਪ ਹੀ ਰਸਤਾ ਪਰੇ ਕਰ ਲੈਣਗੇ। ਨਹੀਂ ਤਾਂ ਉਹਨਾਂ ਨੂੰ ਪਤਾ ਵੀ ਸਿਰ ਫਸਾ ਲੈਂਦੇ ਨੇ, ਇਸ ਕਰਕੇ ਫਿਰ ਉੱਧਰ ਆ ਕੇ ਫਸਦੇ ਨੇ ਵਾਰ-ਵਾਰ। ਅਸੀਂ ਖੁਦ ਫਸਦੇ ਹਾਂ, ਫਿਰ ਫਰਸਟ੍ਰੇਸ਼ਨ ਵੀ ਸਾਡੇ ਕੋਲ ਆਉਂਦੀ ਹੈ, ਗੁੱਸਾ ਵੀ ਸਾਡੇ ਕੋਲ ਆਉਂਦਾ ਹੈ, ਕਿਉਂਕਿ ਅਗਲਾ ਤਾਂ ਬੇਪਰਵਾਹ ਹੈ, ਸਾਡੇ ਵਰਗਿਆਂ ਨੂੰ ਭਾਵੇਂ ਸਾਰੀ ਰਾਤ ਨੀਂਦ ਨਾ ਆਵੇ। ਇਹਦਾ ਸਿਰਫ ਇੰਨਾ ਕੁ ਪਾਸਾ ਹੈ ਭਾਈ, ਜਿੰਨਾ ਵੀ ਪੜ੍ਹਦੇ ਹਾਂ, ਜੋ ਵੀ ਅਸੀਂ ਮੀਡੀਆ ਯੂਜ਼ ਕਰਦੇ ਹਾਂ, ਉਹਦੇ ਵਿੱਚ ਸਾਡਾ ਜਿਹੜਾ ਮਕਸਦ ਹੈ ਉਹ ਕਿਸੇ ਸਹੀ ਪਾਸੇ ਜਾ ਰਿਹਾ ਹੈ ਕਿ ਐਵੇਂ ਲੜਾਈਆਂ ਫਸਾਦਾਂ ਦੇ ਵੱਲ ਹੀ ਜਾ ਰਿਹਾ ਹੈ। ਅਸੀਂ ਤਾਂ ਛੋਟਾ ਜਿਹਾ ਅੰਗੂਠਾ ਹੀ ਦੱਬਣਾ ਹੈ ਨਾ, ਉਹਨੇ ਪਤਾ ਨਹੀਂ ਕਿੰਨੇ ਅੱਗੇ ਜਿਹੜੇ ਨੇ ਉਹ ਖਿਲਾਰੇ ਪਵਾ ਕੇ ਰੱਖ ਦੇਣੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਰਸਤਾ ਵੀ ਗੁਰੂ ਤੋਂ ਬਿਨਾਂ ਸਮਝ ਨਹੀਂ ਆਉਂਦਾ। ਜਿਹੜੀ ਕਾਮਨ ਸੈਂਸ ਹੈ
ਇਹ ਕਿਤਾਬਾਂ ਦੇ ਵਿੱਚੋਂ ਨਹੀਂ ਪੈਦਾ ਹੁੰਦੀ, ਇਹ ਕਾਮਨ ਸੈਂਸ ਮਾਲਕ ਦੀ ਕਿਰਪਾ ਦੇ ਨਾਲ ਹੀ ਕਿਤੇ ਪੈਦਾ ਹੁੰਦੀ ਹੈ। ਅੱਜ ਜਿਹੜੇ ਜਾਣੇ ਤੁਰੇ ਫਿਰਦੇ ਨੇ ਇਦਾਂ ਦੇ, ਇਹਨਾਂ ਨੇ ਸਕੂਲੇ ਕਦੀ ਸਬਜੈਕਟ ਪੜ੍ਹਿਆ ਨਹੀਂ ਸੀ ਕਾਮਨ ਸੈਂਸ ਬਾਰੇ, ਜਾਂ ਇਹਨਾਂ ਨੇ ਕਦੀ ਪੜ੍ਹਿਆ ਨਹੀਂ ਸੀ ਵੀ ਮੋਰਲ ਸਾਇੰਸ ਕੀ ਹੁੰਦੀ ਹੈ। ਜੇ ਕਿਤਾਬਾਂ ਨਾਲ ਹੀ ਪੜ੍ਹ ਕੇ ਜ਼ਿੰਦਗੀ ਬਦਲਣੀ ਹੁੰਦੀ ਤੇ ਸਾਰੇ ਸਾਡੇ ਦੇਸ਼ ਦੇ ਵਿੱਚ ਮੋਰੈਲਿਟੀ ਇੱਕ ਨੰਬਰ ਤੇ ਹੋਣੀ ਸੀ। ਕਿਤਾਬਾਂ ਥੋੜ੍ਹਾ ਮੋਰੈਲਿਟੀ ਸਿਖਾਉਂਦੀਆਂ ਨੇ। ਕਰਮ ਸਿਰਫ ਇੰਨਾ ਕੁ ਹੈ, ਮੈਂ ਜੋ ਕਰਦਾ ਪਿਆ ਹਾਂ ਉਹ ਮੈਨੂੰ ਬੈਸਾਂ ਵਾਲੇ ਪਾਸੇ ਲੈ ਕੇ ਜਾ ਰਿਹਾ ਕਿ ਮੇਰੀ ਜ਼ਿੰਦਗੀ ਦੀ ਤਰੱਕੀ ਵਾਲੇ ਪਾਸੇ ਲੈ ਕੇ ਜਾ ਰਿਹਾ ਹੈ। ਸਤਿਗੁਰੂ ਕਹਿੰਦੇ ਨੇ ਜਿਹੜਾ ਤੇ ਬੈਸਦਾ ਹੈ ਉਹ ਤੇ ਬੇਕਾਰ ਦੀ ਜ਼ਿੰਦਗੀ ਹੈ, ਮੂਰਖ ਹੈ ਨਾਲ ਨਾ ਲੁੱਝੀ ਹੈ। ਪਰ ਜੇ ਕਿਸੇ ਨਾਲ ਕੀਤੀ ਵਿਚਾਰ ਚੰਗੇ ਰਸਤੇ ਦੇ ਉੱਤੇ ਲੈ ਗਈ ਹੈ ਤੇ ਮੁਬਾਰਕ ਹੈ। ਇਦਾਂ ਦੀਆਂ ਗੋਸ਼ਟਾਂ, ਇਦਾਂ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ। ਪੁਰਾਣੇ ਲੋਕ ਸਪੈਸ਼ਲ ਇਹ ਕੰਮ ਕਰਦੇ ਹੁੰਦੇ ਸੀ। ਗੁਰੂ ਸਾਹਿਬ ਕਹਿੰਦੇ ਭਾਈ ਨੀਵੇਂ ਰਹੋ, ਆਪਣੇ ਆਪ ਨੂੰ ਨਿਮਰ ਮੰਨ ਕੇ ਚੱਲੋ ਵੀ ਦੂਸਰੇ ਨੂੰ ਕੁਝ ਪਤਾ ਹੈ ਉਹਨੂੰ ਵੀ ਦਿਓ, ਉਹਦੀ ਵੀ ਜਗ੍ਹਾ ਦੇ ਵਿੱਚ ਰੱਖੋ ਵੀ ਹਾਂ ਉਹਦੀ ਵੀ ਇਸ ਸੁਸਾਇਟੀ ਦੇ ਵਿੱਚ ਕੁਝ ਹੋਂਦ ਹੈ। ਅਦਰਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਕਿਰਪਾ ਕਰਨ। ਇਸ ਸੰਖੇਪ ਦੇ ਵਿਚਾਰ ਆਪ ਜੀ ਦੇ ਚਰਨਾਂ ਦੇ ਵਿੱਚ ਕੀਤੀ ਹੈ। ਇਹਦੇ ਨਾਲ ਜੋ ਪੌੜੀ ਹੈ ਅਸੀਂ ਕੱਲ੍ਹ ਸਮਝਣ ਦੀ ਕੋਸ਼ਿਸ਼ ਕਰਾਂਗੇ। ਅੱਜ ਆਪ ਜੀ ਦੇ ਚਰਨਾਂ ਦੇ ਵਿੱਚ ਬੋਲਦਿਆਂ ਮੇਰੇ ਪਾਸੋਂ ਬੇਨਤੀਆਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।